ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੁਡੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਪ੍ਰੀਤ। ਹਰ ਵਾਰ ਦੀ ਤਰ੍ਹਾਂ ਅਸੀਂ ਉਹ ਮੁੱਦਾ ਆਪ ਜੀ ਦੇ ਸਾਹਮਣੇ ਸਨਮੁਖ ਲੈ ਕੇ ਆਉਂਦੇ ਹਾਂ ਜੋ ਮੁੱਦਾ ਆਮ ਚਰਚਾ ਦੇ ਵਿੱਚ ਹੁੰਦਾ ਹੈ। ਇਸ ਵਾਰ ਦਾ ਜਿਹੜਾ ਮੁੱਦਾ ਹੈ ਬਿਜਲੀ ਦਾ। ਹਰ ਪਾਸੇ ਕਿੱਲਤ ਹੋ ਰੱਖੀ ਹੈ, ਹਾਹਾਕਾਰ ਮਚ ਚੁੱਕੀ ਹੈ। 12-12 13-13 ਘੰਟੇ ਦੇ ਲਗਭਗ ਕੱਟ ਲੱਗ ਰਹੇ ਨੇ ਪੰਜਾਬ ਦੇ ਵਿੱਚ। ਪਰ ਪੰਜਾਬ ਦੇ ਵਿੱਚ ਜਿਹੜਾ ਮੀਡੀਅਮ ਵਰਗ ਦਾ ਵਪਾਰੀ ਹੈ ਤੇ ਕਿਸਾਨ ਹੈ ਉਹ ਇਸ ਕੱਟਾਂ ਦੇ ਕਾਰਨ ਬਹੁਤ ਜ਼ਿਆਦਾ ਪਰੇਸ਼ਾਨੀ ਚੱਲ ਰਿਹਾ ਹੈ। ਹਾਲਾਂਕਿ 12-12 13-13 ਘੰਟੇ ਦੇ ਜਦੋਂ ਕੱਟ ਲੱਗਣਗੇ ਤੇ ਵਪਾਰੀਆਂ ਦੇ ਕੀ ਹਾਲਾਤ ਹੋਣਗੇ ਤੁਸੀਂ ਆਪ ਸੋਚ ਸਕਦੇ ਹੋ। ਕਿਸਾਨਾਂ ਨੂੰ ਬਿਜਲੀ ਨਹੀਂ ਮਿਲ ਰਹੀ ਹੈ, ਜਨਰੇਟਰ ਲਗਾ ਕੇ 100 ਰੁਪਏ ਲੀਟਰ ਡੀਜ਼ਲ ਫੂਕ ਕੇ ਆਪਣੀ ਕਿਸਾਨੀ ਕਰ ਰਹੇ ਨੇ। ਆਓ ਇੱਕ ਰਿਪੋਰਟ ਪੇਸ਼ ਕਰਦੇ ਹਾਂ ਸਾਡੇ ਸਹਿਯੋਗੀ ਚਰਨਜੀਤ ਸਿੰਘ ਜੀ ਦੀ। ਪੰਜਾਬ ਦੇ ਲੋਕ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ, ਜਿਸ ਕਾਰਨ ਲੋਕਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ। ਮਾਨਸਾ ਵਿੱਚ ਪ੍ਰਾਈਵੇਟ ਕਾਰੋਬਾਰ ਕਰਨ ਵਾਲੇ ਛੋਟੇ ਕਾਰੋਬਾਰੀਆਂ ਨੂੰ ਬਿਜਲੀ ਦੇ ਕੱਟਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਤੇ ਮਾਨਸਾ ਵਿੱਚ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਨੇ ਦੱਸਿਆ ਕਿ ਬਿਜਲੀ ਦੇ ਲੰਬੇ ਕੱਟਾਂ ਕਾਰਨ ਉਹਨਾਂ ਦੇ ਸਾਰੇ ਕੰਮ ਠੱਪ ਹੋ ਕੇ ਰਹਿ ਗਏ ਹਨ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਿਰਵਿਘਨ ਬਿਜਲੀ ਦਿੱਤੀ ਜਾਵੇ ਤਾਂ ਜੋ ਉਹਨਾਂ ਦਾ ਕੰਮ ਪ੍ਰਭਾਵਿਤ ਨਾ ਹੋ ਸਕੇ। ਤੜਕੇ 2 ਘੰਟਿਆਂ ਦੇ ਜੀ ਬਗੈਰ ਲਾਈਟ ਤੋਂ ਬੈਠੇ ਆ, ਸਾਡਾ ਸਾਰਾ ਕੰਮ ਠੱਪ ਹੋ ਰਿਹਾ ਹੈਗਾ। ਮੁੰਡੇ ਸਾਰੇ ਵਿਹਲੇ ਬੈਠੇ ਹੈਗੇ। ਸਰਕਾਰਾਂ ਕੀ ਉਹ ਕਰਦੀਆਂ ਨੇ, ਕਹਿੰਦੇ ਵੀ ਅਸੀਂ ਬਿਜਲੀ ਫ੍ਰੀ ਦੇਵਾਂਗੇ। ਇੱਥੇ ਪੈਸਿਆਂ ਨੂੰ ਨਹੀਂ ਆਉਂਦੀ ਗੀ ਬਿਜਲੀ, ਬਿੱਲ ਪੂਰੇ ਭਰਦੇ ਆ, ਸਾਰਾ ਕੁਝ ਪੂਰੇ ਭਰਦੇ ਆ। ਬਸ ਸਰਕਾਰ ਕਹਿੰਦੇ ਕੰਮਾਂ ਮਣੀ ਘੱਟ ਖਿਆਲ ਹੈ, ਦੂਜੇ ਕੰਮਾਂ ਮਣੀ ਇਹਨਾਂ ਦਾ ਜ਼ਿਆਦਾ ਖਿਆਲ ਹੈ। ਬਿਜਲੀ ਦੀ ਕਹਿੰਦੇ ਫ੍ਰੀ ਦੇਵਾਂਗੇ, ਫ੍ਰੀ ਕਿੱਥੇ ਤਾਂ ਨਹੀਂ ਆਉਂਦੀ ਬਿਜਲੀ। ਤੜਕੇ 2 ਘੰਟੇ ਦੇ ਬੈਠੇ, ਸਾਰਾ ਕੰਮ ਸਾਡੇ ਕੰਪਿਊਟਰ ਲੈਪਟਾਪ ਸਭ ਬੰਦ ਪਏ ਹੈਗੇ। ਮੁੰਡੇ ਉਹ ਬੈਠੇ ਵਿਹਲੇ। ਸਰ ਦੇਖੋ ਹਜੇ ਤਾਂ ਗਰਮੀ ਸਟਾਰਟ ਵੀ ਨਹੀਂ ਹੋਈ, 2-2 ਘੰਟੇ ਦੇ ਕੱਟ ਲੱਗਦੇ ਹੈਗੇ ਆ। ਅਸੀਂ ਇੱਥੇ ਬੈਠੇ ਹੈਗੇ ਆ, ਨਾ ਬਿਜਲੀ ਹੈ ਨਾ ਕੋਈ ਕੰਮਕਾਰ, ਠੱਪ ਪਿਆ ਸਾਡਾ ਜੀ। ਖੇਤੀ ਸਰਕਾਰ ਵੱਡੇ ਦਾਅਵੇ ਕਰੀ ਜਾਂਦੀ ਹੈਗੀਆਂ ਅਸੀਂ 300 ਯੂਨਿਟ ਫ੍ਰੀ ਦੇਵਾਂਗੇ, ਪਰ ਮੈਨੂੰ ਨਹੀਂ ਲੱਗਦਾ ਜਿੱਦਾਂ ਦੇ ਹਾਲਾਤ ਹੈਗੇ ਆ ਵੀ ਬਿਜਲੀ ਮੁਫਤ ਦੇਣ ਦੀ ਤਾਂ ਦੂਰ ਦੀ ਗੱਲ ਹੈਗੀ ਆ। ਜਦੋਂ ਮੌਜੂਦਾ ਟਾਈਮ ਦੇ ਵਿੱਚ ਹੀ ਸਮੇਂ ਸਿਰ 'ਤੇ ਨਹੀਂ ਆਉਂਦੀ ਬਿਜਲੀ ਤਾਂ ਸਾਡੇ ਲੋਕਾਂ ਦਾ ਪਊਗਾ। ਜਿਹੜੇ ਵਿਚਾਰੇ ਦਿਹਾੜੀ ਕਰਦੇ ਹੈਗੇ ਆ, ਸਵੇਰੇ ਜਾਂਦੇ ਹੈਗੇ, ਸ਼ਾਮ ਨੂੰ ਆਪਦੇ ਘਰਾਂ 'ਚ ਆਉਂਦੇ ਹੈਗੇ ਆ, ਉਹਨਾਂ ਨੂੰ ਵੀ ਆਰਾਮ ਕਰਨ ਨੂੰ ਬਿਜਲੀ ਨਹੀਂ ਨਸੀਬ ਹੋ ਰਹੀ। ਕੀ ਮੰਗ ਕਰਦੇ? ਮੰਗ ਸਰਕਾਰ ਤੋਂ ਬਸ ਇਹੀ ਕਰਦੇ ਕਿ ਬਿਜਲੀ ਨੂੰ 24 ਘੰਟੇ ਦੇਣੀ ਯਕੀਨੀ ਬਣਾਈ ਜਾਵੇ ਤੇ ਜਿਹੜੇ ਸਰਕਾਰ ਆਪਦੇ ਵਾਅਦੇ ਕਰਦੀ ਹੈ, ਸਰਕਾਰ ਉਹਨਾਂ ਚੀਜ਼ਾਂ ਤੇ ਖਰੀ ਉਤਰੇ। ਸੋ ਤੁਸੀਂ ਵੇਖ ਰਹੇ ਸੀ ਕਿ ਕਿਵੇਂ ਵਪਾਰੀ ਪਰੇਸ਼ਾਨ ਨੇ। ਹਾਲਾਂਕਿ ਪਾਣੀ ਨੂੰ ਲੈ ਕੇ, ਕਿਉਂਕਿ ਹੁਣ ਪੈਡੀ ਸੀਜ਼ਨ ਆਉਣ ਵਾਲਾ ਹੈ ਤੇ ਪਾਣੀ ਦੇ ਲਈ ਮੋਟਰਾਂ ਬਹੁਤ ਜ਼ਰੂਰੀ ਨੇ। ਮੋਟਰਾਂ ਲੰਮੇ ਸਮੇਂ ਚੱਲਣਗੀਆਂ, ਪਰ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਵੀ ਇੱਕ ਰਾਹਤ ਦਿੱਤੀ ਹੈ ਕਿ 1500 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਏਗਾ ਜਿਹੜੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨਗੇ। ਸਿੱਧੀ ਬਿਜਾਈ ਕਰਨ ਦੇ ਨਾਲ ਕਾਫੀ ਪਾਣੀ ਦਾ ਬਚਾਅ ਹੋ ਜਾਂਦਾ ਹੈ। ਸੋ ਅੱਜ ਬਿਜਲੀ ਸੰਕਟ ਦੇ ਉੱਤੇ, ਜੋ ਬਿਜਲੀ ਸੰਕਟ ਪੰਜਾਬ ਦੇ ਵਿੱਚ ਬਣ ਚੁੱਕਿਆ, ਲਗਭਗ 7500 ਮੈਗਾਵਾਟ ਪੰਜਾਬ ਦੇ ਵਿੱਚ ਮੰਗ ਵੱਧ ਚੁੱਕੀ ਹੈ ਤੇ ਹਾਲਾਂਕਿ ਜਿਹੜੀ ਉਹਦੀ ਮੈਨੂਫੈਕਚਰਿੰਗ ਹੈ ਉਹ ਸਿਰਫ ਲਗਭਗ ਪੈਦਾਵਾਰ 4400 ਮੈਗਾਵਾਟ ਹੀ ਹੋ ਪਾ ਰਹੀ ਹੈ। ਉਸ ਤੋਂ ਬਾਅਦ ਵੀ ਹਾਲੇ ਪੰਜਾਬ ਨੇ ਬਾਹਰੋਂ ਮਹਿੰਗੀ ਬਿਜਲੀ ਵੀ ਲਈ ਹੈ, ਪਰ ਤਾਂ ਵੀ ਬਿਜਲੀ ਨਹੀਂ ਪੂਰੀ ਕਰ ਪਾ ਰਹੇ। ਅੱਜ ਇਸ ਮੁੱਦੇ ਦੇ ਉੱਤੇ ਡਿਸਕਸ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਮੁਹੰਮਦ ਖਾਲਿਦ ਜੀ, ਪੋਲੀਟੀਕਲ ਐਕਸਪਰਟ, ਅਮਿਤ ਅਰੋੜਾ ਜੀ ਭਾਰਤੀ ਜਨਤਾ ਪਾਰਟੀ ਤੋਂ, ਪ੍ਰਦੀਪ ਮਾਨ ਜੀ ਕਾਂਗਰਸ ਤੋਂ, ਸ਼ਸ਼ੀਵੀਰ ਸ਼ਰਮਾ ਜੀ ਆਮ ਆਦਮੀ ਪਾਰਟੀ ਤੋਂ। ਸ਼੍ਰੋਮਣੀ ਅਕਾਲੀ ਦਲ ਦੇ ਗੈਸਟ ਕਿਸੇ ਤਕਨੀਕੀ ਕਾਰਨ ਦੀ ਵਜ੍ਹਾ ਨਾਲ ਸਾਡੇ ਨਾਲ ਅੱਜ ਜੁੜ ਨਹੀਂ ਪਾਏ। ਸੋ ਸਭ ਤੋਂ ਪਹਿਲਾਂ ਰਿਐਕਸ਼ਨ ਲੈਣੇ ਆ ਮੁਹੰਮਦ ਖਾਲਿਦ ਜੀ ਤੋਂ। ਮੁਹੰਮਦ ਖਾਲਿਦ ਜੀ, ਕੀ ਲੱਗ ਰਿਹਾ ਅਜਿਹਾ ਬਿਜਲੀ ਸੰਕਟ? ਦੇਖੋ, ਜਿਹੜਾ ਤੁਸੀਂ ਰਿਪੋਰਟ ਦਿਖਾਈ ਹੈ ਉਹਦੇ ਵਿੱਚ ਇਹੀ ਹੈ ਕਿ ਫ੍ਰੀ ਬਿਜਲੀ ਤਾਂ ਕੀ ਆਉਣੀ ਸੀਗੀ, ਪੈਸੇ ਦੇ ਕੇ ਵੀ ਬਿਜਲੀ ਨਹੀਂ ਆ ਰਹੀ। ਔਰ ਦੂਸਰਾ ਇਹਦਾ ਜਿਹੜਾ ਪ੍ਰਭਾਵ ਹੈ ਉਹ ਤਕਰੀਬਨ ਹਰ ਵਰਗ ਨੂੰ ਪਏਗਾ, ਚਾਹੇ ਉਹ ਐਗਰੀਕਲਚਰ ਹੈ, ਚਾਹੇ ਇੰਡਸਟਰੀ ਹੈ, ਚਾਹੇ ਡੋਮੈਸਟਿਕ ਸੈਕਟਰ ਹੈ। ਗੱਲ ਇਹ ਹੈਗੀ ਹੈ ਕਿ ਇਹ ਕ੍ਰਾਈਸਿਸ ਜਿਹੜਾ ਹੈਗਾ ਵੱਧਦਾ ਜਾ ਰਿਹਾ ਹੈ ਔਰ ਵੱਧਦਾ ਜਾਏਗਾ, ਕਿਉਂਕਿ ਅੱਜ ਤਾਂ ਅਪ੍ਰੈਲ ਦਾ ਐਂਡ ਆਇਆ, ਮਈ ਤੇ ਜੂਨ ਸਾਰਾ ਪਿਆ। ਜੂਨ ਦੇ ਐਂਡ ਦੇ ਵਿੱਚ ਜਾ ਕੇ ਬਾਰਿਸ਼ਾਂ ਹੋਣੀਆਂ, ਉਸ ਤੋਂ ਬਾਅਦ ਥੋੜਾ ਜਿਹਾ ਡੈਮਾਂ ਦੇ ਵਿੱਚ ਪਾਣੀ ਵਧੇਗਾ ਤਾਂ ਪ੍ਰੋਡਕਸ਼ਨ ਵਧੇਗੀ। ਬਾਕੀ ਜਿੱਥੇ ਤੱਕ ਸਵਾਲ ਹੈਗਾ ਤੁਹਾਡੇ ਥਰਮਲ ਪਲਾਂਟਸ ਦਾ, ਦੇਖੋ ਥਰਮਲ ਪਲਾਂਟ ਆਪਾਂ ਨੇ ਸਮੇਂ ਤੋਂ ਪਹਿਲਾਂ ਬੰਦ ਕਰਤੇ, ਬਠਿੰਡੇ ਵਾਲਾ ਬੰਦ ਕਰਤਾ, ਬਾਕੀ ਦੇ ਜਿਹੜੇ ਰੋਪੜ ਤੇ ਤਲਵੰਡੀ ਸਾਬੋ ਤੇ ਲਹਿਰਾ ਮੁਹੱਬਤ, ਇਹ ਜਿਹੜੇ ਥਰਮਲ ਪਲਾਂਟਸ ਹੈ ਇਹ ਫੁੱਲ ਕੈਪੈਸਿਟੀ ਤੇ ਕੰਮ ਨਹੀਂ ਕਰ ਰਹੇ। ਉਹਦੀ ਵਜ੍ਹਾ ਇਹ ਹੈਗੀ ਹੈ ਕਿਉਂਕਿ ਕੋਲੇ ਦੀ ਸਪਲਾਈ ਨਹੀਂ ਆ ਰਹੀ। ਕੋਲੇ ਦੀ ਸਪਲਾਈ ਨਾ ਆਉਣ ਕਰਕੇ, ਕੋਲੇ ਦੀ ਸ਼ਾਰਟੇਜ ਕਰਕੇ ਆਪਾਂ ਦੇਖ ਰਹੇ ਹਾਂ ਕਿ ਕਿਸੇ
ਪਲਾਂਟ ਕੋਲ 1 ਦਿਨ ਦਾ ਕੋਲਾ ਹੈ, ਕਿਸੇ ਕੋਲ 2 ਦਿਨ ਦਾ ਕੋਲਾ ਹੈ, ਆਪਾਂ ਰੋਜ਼ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ। ਜੀ ਇਹਦੀ ਸਭ ਤੋਂ ਵੱਡੀ ਵਜ੍ਹਾ ਜਿਹੜੀ ਹੈਗੀ ਹੈ ਉਹ ਹੈਗੀ ਹੈ ਕਿ ਜਿਹੜੀ ਕੋਲ ਮਿਨਿਸਟਰੀ ਹੈ, ਰੇਲ ਮਿਨਿਸਟਰੀ ਹੈ, ਪਾਵਰ ਮਿਨਿਸਟਰੀ ਹੈ ਤੇ ਸਟੇਟ ਗਵਰਨਮੈਂਟ ਹੈ, ਇਹਨਾਂ ਦੇ ਵਿੱਚ ਕੋਆਰਡੀਨੇਸ਼ਨ ਜਿਹੜਾ ਹੈਗਾ ਉਹ ਨਹੀਂ ਬਣ ਪਾ ਰਿਹਾ। ਦੂਸਰੇ ਸੈਂਟਰ ਗਵਰਨਮੈਂਟ ਇਹ ਕਹਿੰਦੀ ਹੈ ਕਿ ਤੁਸੀਂ ਜੀ ਕੋਲ ਇੰਡੀਆ ਲਿਮਟਿਡ ਜਿਹੜਾ ਕਿ ਕੋਲਾ ਸਪਲਾਈ ਕਰਦਾ ਹੈ ਉਹਨੂੰ ਤੁਸੀਂ ਪੇਮੈਂਟਾਂ ਨਹੀਂ ਕੀਤੀਆਂ ਹੋਈਆਂ ਸਟੇਟਾਂ ਨੇ, ਇਸ ਕਰਕੇ ਜਿਹੜਾ ਹੈਗਾ ਕੋਲੇ ਦੀ ਸ਼ਾਰਟੇਜ ਹੈ। ਔਰ ਸਟੇਟ ਗਵਰਨਮੈਂਟ ਇਹ ਕਹਿ ਰਹੀਆਂ ਹੈ ਕਿ ਤੁਸੀਂ ਬਲਾਈਂਡਲੀ ਪਾਲਿਸੀਜ਼ ਫੋਲੋ ਕਰ ਰਹੇ ਹੈ ਕੇਂਦਰ ਗਵਰਨਮੈਂਟ ਨੂੰ, ਸੈਂਟਰ ਗਵਰਨਮੈਂਟ ਨੂੰ, ਇਸ ਜੀ। ਕਰਕੇ ਇਹ ਕ੍ਰਾਈਸਿਸ ਬਣਿਆ ਹੈ। ਮੈਂ ਤਾਂ ਦਰਸ਼ਕਾਂ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਕ੍ਰਾਈਸਿਸ ਹੈ ਕੇਵਲ ਪੰਜਾਬ ਦਾ ਵਿੱਚ ਨਹੀਂ ਹੈ, ਬਲਕਿ ਪੰਜਾਬ, ਹਰਿਆਣਾ, ਯੂਪੀ, JNK, ਰਾਜਸਥਾਨ, ਉੱਤਰਾਖੰਡ। ਜੀ ਦੇਖੋ ਜਿਹੜੀ ਸੈਂਟਰਲ ਇਲੈਕਟ੍ਰਿਸਿਟੀ ਅਥਾਰਟੀ ਹੈ ਉਹ ਤਕਰੀਬਨ 173 ਥਰਮਲ ਪਲਾਂਟਾਂ ਨੂੰ ਮੋਨੀਟਰ ਕਰਦੀ ਹੈ, ਜਿਹਦੇ ਵਿੱਚੋਂ 106 ਥਰਮਲ ਪਲਾਂਟ ਇਸ ਵੇਲੇ ਕ੍ਰਿਟੀਕਲ ਸਟੇਜ ਦੇ ਵਿੱਚ ਹੈ, ਯਾਨੀ ਕਿ ਕੋਲੇ ਦੀ ਘਾਟ ਹੈ। ਜਿੱਥੇ ਤੱਕ ਪੰਜਾਬ ਦਾ ਸਵਾਲ ਹੈ, ਪੰਜਾਬ ਦੇ ਵਿੱਚ ਵੈਸੇ ਹੀ ਅਸੀਂ ਬਿਜਲੀ ਪਹਿਲਾਂ ਨਾਲੋਂ ਬਹੁਤ ਘੱਟ ਬਣਾ ਰਹੇ ਹਾਂ। ਤੁਸੀਂ ਇਹ ਦੇਖੋ, ਤੁਸੀਂ ਆਪ ਵੀ ਦੱਸਿਆ ਕਿ ਤਕਰੀਬਨ 3000 ਮੈਗਾਵਾਟ ਦੀ ਸ਼ਾਰਟੇਜ ਚੱਲ ਰਹੀ ਹੈ। ਜੀ ਉਹ ਲਗਭਗ ਬਿਜਲੀ ਤੁਸੀਂ ਬਾਹਰੋਂ ਖਰੀਦੋਗੇ, ਪ੍ਰਾਈਵੇਟ ਸੈਕਟਰ ਤੋਂ ਖਰੀਦੋਗੇ, ਔਰ ਤੁਸੀਂ ਫਿਰ ਸਬਸਿਡੀਆਂ ਇੰਨੀਆਂ ਦਿੱਤੀਆਂ ਹੋਈਆਂ ਹਨ। ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਤੁਹਾਨੂੰ ਇਸ ਸੈਗਮੈਂਟ ਦੇ ਵਿੱਚ ਕਿ ਤੁਸੀਂ ਇਹ ਦੇਖੋ ਵੀ PSPCL ਜਿਹੜੀ ਹੈਗੀ ਹੈ ਉਹਨੂੰ ਸਬਸਿਡੀਆਂ ਦਾ ਜਿਹੜਾ ਬਕਾਇਆ ਹੈਗਾ ਪੰਜਾਬ ਗਵਰਨਮੈਂਟ ਨੇ ਤਕਰੀਬਨ 9000 ਕਰੋੜ ਰੁਪਇਆ ਦੇਣਾ। ਅੱਛਾ ਜੀ। ਇਸ ਤੋਂ ਇਲਾਵਾ ਜਿਹੜੀਆਂ ਸਾਡੇ ਮਹਿਕਮੇ ਆ, ਸਰਕਾਰੀ ਮਹਿਕਮੇ, ਉਹਨਾਂ ਦੇ ਜਿਹੜੇ ਪੈਂਡਿੰਗ ਬਿੱਲ ਹੈ ਉਹ ਤਕਰੀਬਨ 2600 ਕਰੋੜ ਰੁਪਏ ਦੇ ਪੈਂਡਿੰਗ ਬਿੱਲ ਹੈ ਜਿਹੜੇ ਕਿ ਸਰਕਾਰੀ ਮਹਿਕਮਿਆਂ ਨੂੰ ਬਿਜਲੀ ਦਿੱਤੀ ਜਾਂਦੀ ਹੈ। ਤਾਂ ਇਹ ਜਿਹੜਾ ਕ੍ਰਾਈਸਿਸ ਇਹ ਤਾਂ ਗਹਿਰਾਉਂਦਾ ਜਾ ਰਿਹਾ ਹੈ ਔਰ ਫਰਦਰ ਗਹਿਰਾਏਗਾ, ਕਿਉਂਕਿ ਜਿਵੇਂ ਮੈंने ਪਹਿਲਾਂ ਕਿਹਾ ਮਈ ਦਾ ਮਹੀਨਾ ਹੈਗਾ, ਮਈ ਦਾ ਮਹੀਨਾ ਸਾਰਾ ਪਿਆ, ਜੂਨ ਦਾ ਪਿਆ, ਔਰ ਗਰਮੀ ਜਿਹੜੀ ਹੈਗੀ ਹੈ ਉਹ ਕਾਫੀ ਜ਼ਿਆਦਾ ਵੱਧ ਰਹੀ ਹੈ। ਉਹਦੀ ਵਜ੍ਹਾ ਕਰਕੇ ਮੈਨੂੰ ਲੱਗਦਾ ਹੈ ਕਿ ਸਟੇਟ ਗਵਰਨਮੈਂਟ ਨੂੰ ਔਰ ਕੇਂਦਰ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਤਾਂ ਕਿ ਕੰਜ਼ਿਊਮਰ ਜਿਹੜਾ ਹੈਗਾ, ਔਰ ਖਾਸ ਤੌਰ ਪਰ ਜਿਵੇਂ ਝੋਨੇ ਦੀ ਬਿਜਾਈ ਆਉਣੀ ਹੈ, ਉਹ ਸਾਰਿਆਂ ਦੇ ਵਿੱਚ ਐਗਰੀਕਲਚਰ ਸੈਕਟਰ ਨੂੰ ਪ੍ਰੋਬਲਮਸ ਨਾ ਹੋਣ, ਔਰ ਇੰਡਸਟਰੀ ਜਿਹੜੀ ਹੈਗੀ ਉਹ ਪਹਿਲਾਂ ਹੀ ਜਿਵੇਂ ਹੁਣ ਦਿਖਾਇਆ ਤੁਸੀਂ, ਅਗਰ ਤੁਸੀਂ ਬਿਜਲੀ 3 ਘੰਟੇ ਦਿਓਗੇ ਜਾਂ 5 ਘੰਟੇ ਦਿਓਗੇ ਤਾਂ ਫਿਰ ਨਾ ਇੰਡਸਟਰੀ ਚੱਲਣੀ ਹੈ, ਨਾ ਐਗਰੀਕਲਚਰ ਜਿਹੜਾ ਹੈਗਾ ਉਹਦੇ ਖਰਚੇ ਪੂਰੇ ਹੋਣੇ ਆ। ਔਰ ਜਿਸ ਤਰੀਕੇ ਦੇ ਨਾਲ ਡੀਜ਼ਲ ਜਿਹੜਾ ਹੈਗਾ ਇੰਨਾ ਮਹਿੰਗਾ ਹੈ, ਉਹਦੇ ਵਿੱਚ ਤੁਸੀਂ ਆਪਣੀਆਂ ਮੋਟਰਾਂ ਬੰਬੀਆਂ ਕਿਵੇਂ ਚਲਾ ਲਓਗੇ ਸਾਰੇ ਡੀਜ਼ਲ ਦੇ ਸਿਰ ਤੇ। ਇਹ ਬਹੁਤ ਵੱਡਾ ਕ੍ਰਾਈਸਿਸ ਜਿਹੜਾ ਹੈਗਾ ਉਹ ਪੰਜਾਬ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈ, ਜੀ ਸੁਨਿਸ਼ਚਿਤ ਕਰੇ ਕਿ ਬਿਜਲੀ ਜ਼ਿਆਦਾ ਤੋਂ ਜ਼ਿਆਦਾ ਟਾਈਮ ਤੇ ਦਿੱਤੀ ਜਾਵੇ, ਹਰ ਸੈਕਟਰ ਨੂੰ ਦਿੱਤੀ ਜਾਵੇ। ਜੀ ਸ਼ਸ਼ੀਵੀਰ ਸ਼ਰਮਾ ਜੀ, ਕੀ ਲੱਗ ਰਿਹਾ ਜੀ ਪੰਜਾਬ ਸਰਕਾਰ ਦੀ ਕੀ ਪਲੈਨਿੰਗ ਹੈ ਜੀ ਜਿਹੜਾ ਬਿਜਲੀ ਸੰਕਟ ਨੂੰ ਲੈ ਕੇ? ਸਰ, ਬਿਜਲੀ ਸੰਕਟ ਨੂੰ ਪਹਿਲਾਂ ਇੱਕ ਤਾਂ ਸਮਝਣਾ ਪਏਗਾ ਕਿ ਬਿਜਲੀ ਸੰਕਟ ਪੈਦਾ ਕਿਸ ਤਰ੍ਹਾਂ ਹੋਇਆ। ਜੀ ਬੇਸਿਕਲੀ ਜਿਹੜੀ ਕੋਲ ਦੀ ਸ਼ੋਰਟੇਜ ਹੈ, ਮੈਂ ਪਹਿਲਾਂ ਦੱਸਣਾ ਚਾਹਾਂਗੀ ਪੂਰੇ ਹਿੰਦੁਸਤਾਨ ਦੇ ਵਿੱਚ 70% ਜਿਹੜੀ ਬਿਜਲੀ ਹੈ ਉਹ ਥਰਮਲ ਪਲਾਂਟਸ ਤੋਂ ਬਣਦੀ ਹੈ, ਜਿਹੜੀ ਕੋਲੇ ਦੇ ਨਾਲ ਚੱਲਦਾ ਹੈ। ਠੀਕ। ਸੈਕੰਡਲੀ ਜਿਹੜਾ ਕੋਲਾ ਸੀਗਾ, ਤੁਸੀਂ ਦੇਖਿਆ ਹੋਵੇਗਾ ਅਕਤੂਬਰ 2021 ਦੇ ਵਿੱਚ ਇੱਕ ਵਾਰ ਪਿੱਛੇ ਵੀ ਇੱਕ ਵਾਰੀ ਰੌਲਾ ਪਿਆ ਸੀ, ਚੰਗੇ ਥਰਮਲ ਪਲਾਂਟਾਂ ਨੇ ਇਸ਼ੂ ਕੀਤਾ ਸੀ ਸਾਡੇ ਕੋਲ ਸਿਰਫ ਗਿਣਤੀ ਦੇ 4 ਦਿਨ 5 ਦਿਨ ਦਾ ਕੋਲਾ ਬਕਾਇਆ ਹੈ ਜੀ। ਉਹਦੇ ਤੇ ਸੈਂਟਰਲ ਗਵਰਨਮੈਂਟ ਨੇ ਇੱਕ ਕੋਰ ਮੈਨੇਜਮੈਂਟ ਟੀਮ ਬਣਾਈ ਸੀਗੀ। ਕੋਰ ਮੈਨੇਜਮੈਂਟ ਟੀਮ ਨੇ ਉਦੋਂ ਇਨਵੈਸਟੀਗੇਟ ਕੀਤਾ ਕਿ ਕੀ ਕਾਰਨ ਰਹੇ ਜਿਹਦੇ ਕਰਕੇ ਕੋਇਲਾ ਘਟਣਾ ਸ਼ੁਰੂ ਹੋਇਆ ਜੀ। ਕੋਰ ਮੈਨੇਜਮੈਂਟ ਟੀਮ ਨੇ ਬੇਸਿਕਲੀ ਉਹਦਾ ਰੀਜ਼ਨ ਕੱਢਿਆ ਕਿ ਇਹਦੇ ਵਿੱਚ ਪੰਜਾਬ, ਗੁਜਰਾਤ, ਰਾਜਸਥਾਨ, ਦਿੱਲੀ ਦੇ ਇਲਾਕਿਆਂ ਤੋਂ ਜਿੱਥੋਂ ਆਪਾਂ ਕੋਲ ਕੱਢਦੇ ਆ, ਉਹ ਮੌਨਸੂਨ ਦੇ ਵਿੱਚ ਬਾਰਿਸ਼ ਜ਼ਿਆਦਾ ਹੋਣ ਦੇ ਕਾਰਨ ਆਪਾਂ ਉਹਨਾਂ ਦੇ ਵਿੱਚੋਂ ਜਿਹੜਾ ਕੋਇਲਾ ਸੀਗਾ ਪੈਦਾ ਨਹੀਂ ਕਰ ਪਾਏ। ਠੀਕ ਹੈ। ਉਹਨਾਂ ਨੇ ਰਿਪੋਰਟ ਬਣਾ ਕੇ ਸਬਮਿਟ ਕਰ ਦਿੱਤੀ। ਬਟ ਪ੍ਰੀ ਮੌਨਸੂਨ ਤੋਂ ਪਹਿਲਾਂ ਹੀ ਉਹਦੇ ਵਿੱਚ ਕੋਲ ਦੀ ਜਿਹੜੀ ਸ਼ੋਰਟੇਜ ਸੀ ਥਰਮਲ ਪਲਾਂਟਸ ਦੇ ਕੋਲ ਆ ਚੁੱਕੀ ਸੀਗੀ। ਠੀਕ ਹੈ। ਸੈਂਟਰਲ ਗਵਰਨਮੈਂਟ ਨੇ, ਬੀਜੇਪੀ ਸਰਕਾਰ ਨੇ ਕਿਸੇ ਵੀ ਤਰੀਕੇ ਸੀਰੀਅਸਨੈਸ ਨਾ ਵਿਖਾਉਂਦੇ ਹੋਏ ਇਹਨਾਂ ਨੇ ਇਸ ਇਸ਼ੂ ਨੂੰ ਸੀਰੀਅਸਲੀ ਨਹੀਂ ਲਿੱਤਾ ਉਸ ਸਮੇਂ, ਤੇ ਲਗਾਤਾਰ ਉਹਨਾਂ ਨੇ ਕਿਸੇ ਵੀ ਤਰੀਕੇ ਕੋਲ ਦੀ ਸਪਲਾਈ ਨੂੰ ਪੂਰਾ ਕਰਨ ਵਾਸਤੇ ਕੋਈ ਯਤਨ ਨਹੀਂ ਕੀਤਾ। ਸੈਕੰਡਲੀ ਅਕਤੂਬਰ 2021 ਤੋਂ ਆ ਜਾਈਏ ਹੁਣ ਆਪਾਂ ਆ ਜਾਈਏ ਇਸ ਐਟ ਪ੍ਰੈਜ਼ੈਂਟ ਜਿਹੜੀ ਕੋਇਲੇ ਦੀ ਸ਼ੋਰਟੇਜ ਆ ਗਈ ਹੈ, ਕਿਉਂਕਿ ਮੈਂ ਤੁਹਾਨੂੰ ਕਹਿ ਰਿਹਾ ਕਿ 70% ਜਿਹੜੀ ਹੈਗੀ ਹੈ, ਜਿਹੜੀ ਖਪਤ ਹੈ, 70% ਇਲੈਕਟ੍ਰਿਸਿਟੀ ਪ੍ਰੋਡਕਸ਼ਨ ਹੈ ਉਹ ਸਾਡੀ ਥਰਮਲ ਪਲਾਂਟਸ ਤੋਂ ਹੀ ਹੈ ਜੀ। ਹੁਣ ਜਿਹੜੀ ਪ੍ਰੋਡਕਸ਼ਨ ਆ ਗਈ ਹੈ, ਇਹਦੇ ਵਿੱਚ ਜਨਾਬ ਦੇਖਣਗੇ ਕਿ ਜਿਹੜੇ ਕੋਇਲੇ ਦੀ ਜਿਹੜੀ ਸਪਲਾਈ ਹੈ, ਕੋਇਲਾ ਇੰਡੀਆ ਲਿਮਟਿਡ ਹੈ, ਕੋਲ ਇੰਡੀਆ ਲਿਮਟਿਡ CIL ਹੈ, ਜਿਹੜੀ ਇੱਕ ਮਾਤਰਾ ਜਿਹੜੀ ਪੂਰੇ ਹਿੰਦੁਸਤਾਨ ਨੂੰ ਸਪਲਾਈ ਕਰਦੀ ਹੈ, ਜਿਹੜੀ
ਜਿਹੜੀ ਕਿ ਸੈਂਟਰ ਗਵਰਨਮੈਂਟ ਦੇ ਅੰਦਰ ਆਉਂਦੀ ਹੈ। ਸੈਂਟਰ ਗਵਰਨਮੈਂਟ ਨੇ ਕਿਆ ਉਹਦੇ ਵਿੱਚ ਪਿਛਲੇ 9 ਸਾਲਾਂ ਦੇ ਵਿੱਚੋਂ 9 ਸਾਲਾਂ ਦੇ ਵਿੱਚ ਰਿਕਾਰਡ ਸਭ ਤੋਂ ਘੱਟ ਕੋਲ ਸਟਾਕ ਪਹਿਲੀ ਗੱਲ ਤੇ ਇਹਨਾਂ ਨੇ ਰੱਖਿਆ ਜੀ। ਅੱਜ ਤੱਕ 9 ਸਾਲ ਦਾ, ਅੱਜ ਦਾ ਨਹੀਂ ਕਹਿ ਰਹੇ, ਪਿਛਲੇ 9 ਸਾਲਾਂ ਤੋਂ ਰਿਕਾਰਡ ਸ਼ਾਰਟੇਜ ਹੈਗੀ ਹੈ ਕੋਲ ਇੰਡੀਆ ਲਿਮਟਿਡ ਦੀ। ਉਹਨਾਂ ਦੀ ਅਫੀਸ਼ੀਅਲ ਸਾਈਟ ਤੇ ਉਹਨਾਂ ਨੇ ਆਪ ਮੈਂਸ਼ਨ ਕੀਤਾ ਕਿ ਸਭ ਤੋਂ ਸ਼ਾਰਟੇਜ ਹੈ ਕੋਇਲੇ ਦੀ। ਸੈਕੰਡਲੀ ਪੰਜਾਬ ਦੀ ਆਪਾਂ ਗੱਲ ਕਰੀਏ, ਪੰਜਾਬ ਨੂੰ ਇੱਕ ਤਾਂ ਕੋਇਲੇ ਦੇ ਵਿੱਚ ਸ਼ਾਰਟੇਜ ਦਿੱਤੀ ਜਾ ਰਹੀ ਹੈ। ਸੈਕੰਡਲੀ ਆਪਾਂ ਉਸ ਤੋਂ ਬਾਅਦ ਆ ਜਾਵਾਂਗੇ ਕਿ ਜਿਹੜੀ ਮੈਟ੍ਰਿਕ ਟਨ ਜਿਹੜੇ ਘਟਦੇ ਪਏ ਨੇ, ਹੁਣ ਉਹਦੇ ਤੇ ਪੰਜਾਬ ਸਰਕਾਰ ਕੀ ਕਰ ਰਹੀ ਹੈ। ਪੰਜਾਬ ਸਰਕਾਰ, ਅਸੀਂ ਆਫੀਸ਼ੀਅਲੀ ਸਾਡੇ ਜਿਹੜੇ ਬਿਜਲੀ ਮੰਤਰੀ ਨੇ ਹਰਭਜਨ ਸਿੰਘ ਜੀ, ਉਹ ਤਰੀਕੇ ਨਾਲ ਹਰ ਚੀਜ਼ ਨੂੰ ਮੋਨੀਟਰ ਕਰ ਰਹੇ ਨੇ, ਉਹ ਵਿਜ਼ਿਟ ਕਰ ਰਹੇ ਨੇ, ਕਿਉਂਕਿ ਜਿਹੜੀ ਕੋਇਲੇ ਦੀ ਹੈ ਜਿਹੜੀ ਸ਼ਾਰਟੇਜ ਹੈ ਉਹ ਚੀਜ਼ ਮੰਨਣੀ ਪਏਗੀ ਬੀਜੇਪੀ ਸਰਕਾਰ ਜਿਹੜੀ ਸੈਂਟਰ ਗਵਰਨਮੈਂਟ ਆ ਪੂਰੀ ਤਰ੍ਹਾਂ ਫੇਲ ਹੋਈ ਹੈ ਇਸ ਚੀਜ਼ ਨੂੰ ਪੂਰਤੀ ਕਰਨ ਵਾਸਤੇ। ਹੁਣ ਅਮਿਤ ਅਰੋੜਾ ਜੀ ਕੀ ਲੱਗ ਰਿਹਾ ਜੀ, ਕਿਉਂਕਿ ਸਿੱਧੇ ਤੌਰ ਦੇ ਉੱਤੇ ਕੇਂਦਰ ਦੇ ਉੱਤੇ ਗੱਲ ਆਈ ਹੈ ਕਿ ਕੇਂਦਰ ਸਰਕਾਰ ਇਸ ਚੀਜ਼ ਨੂੰ ਸਵੀਟ ਨਹੀਂ ਲੈ ਸਕੀ, ਸੀਰੀਅਸ ਨਹੀਂ ਲਿਆ, ਇਸ ਗੱਲ ਕਰਕੇ ਪੂਰੇ ਦੇਸ਼ ਦੇ ਵਿੱਚ ਟਰਬਲ ਆ ਗਈ। ਗੁਰਪ੍ਰੀਤ ਜੀ, ਮੈਨੂੰ ਲੱਗਦਾ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਹੈ ਇਹਨਾਂ ਨੇ ਨਾ ਇੱਕ ਆਦਤ ਬਣਾ ਲਈ ਹੈ ਜੀ, ਕਿ ਆਪਣਾ ਫੇਲਰ ਜਿਹੜਾ ਹੈ ਚਾਹੇ ਉਹ ਦਿੱਲੀ 'ਚ ਹੋਵੇ ਚਾਹੇ ਪੰਜਾਬ 'ਚ ਹੋਵੇ, ਇਹਨਾਂ ਨੇ ਭਾਂਡਾ ਜਿਹੜਾ ਵਾ ਕੇਂਦਰ ਸਰਕਾਰ ਤੇ ਫੋੜਨਾ ਜੀ। ਉਹ ਭਾਈ ਨਾਲ ਇਹ ਵੀ ਦੱਸ ਦਿਓ ਕਿ ਅਕਤੂਬਰ 2021 ਦੇ ਵਿੱਚ ਕੇਂਦਰ ਸਰਕਾਰ ਨੇ ਸਾਰੀਆਂ ਸਟੇਟਾਂ ਨੂੰ ਵਾਰਨਿੰਗ ਦਿੱਤੀ ਸੀ ਕਿ ਆਪਣੇ ਅੰਦਰ ਘੱਟੋ ਘੱਟ 1 ਮਹੀਨੇ ਦਾ ਕੋਲੇ ਦਾ ਸਟਾਕ ਰੱਖੋ ਜੀ। ਪੰਜਾਬ ਸਰਕਾਰ ਨੇ ਕੀ ਪੈਸਾ ਜਮ੍ਹਾਂ ਕਰਾਇਆ ਸੀ? ਅੱਜ ਦੀ ਡੇਟ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਕੇਂਦਰ ਕੋਲ ਕੋਈ ਪੈਸਾ ਨਹੀਂ ਜਮ੍ਹਾਂ ਕਰਾਇਆ ਐਡਵਾਂਸ ਕੋਲ ਸਟਾਕ ਰੱਖਣ ਦੇ ਲਈ। ਇੱਥੋਂ ਪਤਾ ਲੱਗਦਾ ਕਿ ਪੰਜਾਬ ਸਰਕਾਰ ਗੰਭੀਰ ਨਹੀਂ ਹੈ। ਦੂਸਰੀ ਗੱਲ ਜਿਹੜੀ ਇਹ ਹੈ ਕਿ ਕੇਜਰੀਵਾਲ ਸਾਹਿਬ ਨੇ ਤਾਂ ਕਿਹਾ ਸੀ ਕਿ ਲੋਕਾਂ ਦੇ ਬਿੱਲ ਜ਼ੀਰੋ ਆਉਣਗੇ, ਔਰ ਜ਼ੀਰੋ ਬਿੱਲ ਜਿਹੜੇ ਹੈ ਉਹ ਇਸੇ ਤਰੀਕੇ ਨਾਲ ਹੀ ਆ ਸਕਦੇ ਹੈ ਜੇ ਬਿਜਲੀ ਦੀ ਸਪਲਾਈ ਨਹੀਂ ਹੋਏਗੀ ਜੀ। ਹੁਣ ਕੇਜਰੀਵਾਲ ਸਾਹਿਬ ਨੇ ਤਾਂ ਕਿਹਾ ਨਹੀਂ ਸੀ ਕਿ ਲੋਕੀ ਮਰ ਜਾਣ ਭਾਵੇਂ ਡੀਜ਼ਲ ਫੂਕ ਕੇ। ਸੋ ਗੱਲ ਇਹ ਹੈ ਕਿ ਭਾਈ ਇਹਨਾਂ ਦੀ ਕੂਟਨੀਤੀ ਸਮਝੋ ਕਿ ਜ਼ੀਰੋ ਬਿੱਲ ਇੱਕੋ ਤਰੀਕੇ ਨਾਲ ਹੀ ਆਣੇ ਲੋਕਾਂ ਨੇ ਜੇ ਬਿਜਲੀ ਦੀ ਸਪਲਾਈ ਨਹੀਂ ਹੋਏਗੀ। ਸੋ ਉਸੇ ਲੀਹ ਤੇ ਜਿਹੜੀ ਆ ਉਹ ਪੰਜਾਬ ਸਰਕਾਰ ਚੱਲ ਰਹੀ ਹੈ ਔਰ ਲੋਕਾਂ ਨੂੰ ਇਹ ਮੂਰਖ ਬਣਾ ਰਹੇ। ਪ੍ਰਦੀਪ ਮਾਨ ਜੀ, ਅਕਤੂਬਰ 2021 ਦੇ ਵਿੱਚ ਵਾਰਨਿੰਗ ਆਈ ਸੀ, ਸਰਕਾਰ ਤੁਹਾਡੀ ਸੀ, ਸੀਐਮ ਸਾਹਿਬ ਤੁਹਾਡੇ ਸੀ, ਕੀ ਕਹਿਣਾ ਜੀ ਇਸ ਬਾਰੇ ਜੀ? ਕੀ ਉਦੋਂ ਵਾਰਨਿੰਗ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਸਵੇਟ ਲਿਆ ਕਿ ਨਹੀਂ ਲਿਆ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਿਹੜੇ ਪੋਲੀਟੀਕਲ ਐਕਸਪਰਟਸ ਨੇ ਉਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਜੀ ਕਿ ਸਰਕਾਰ ਦੀ, ਸਟੇਟ ਦੀ ਤੇ ਸੈਂਟਰ ਦੀ ਕੋਆਰਡੀਨੇਸ਼ਨ 'ਚ ਫਰਕ ਆ ਜੀ, ਮਿਨਿਸਟਰੀ ਦੀ ਕੋਆਰਡੀਨੇਸ਼ਨ 'ਚ ਫਰਕ ਆ। ਜਦੋਂ ਅਕਤੂਬਰ ਸੀ ਤਾਂ ਠੀਕ ਆ, ਇੱਕ ਜਿਹੜੀ ਬਿਜਲੀ ਇੱਕ ਪੀਕ ਡਿਮਾਂਡ ਹੁੰਦੀ ਹੈ, ਇੱਕ ਨਾਨ ਪੀਕ ਡਿਮਾਂਡ ਹੁੰਦੀ ਹੈ। ਜਦੋਂ ਪੀਕ ਡਿਮਾਂਡ ਹੁੰਦੀ ਹੈ ਪੰਜਾਬ ਦੇ ਵਿੱਚ ਉਦੋਂ ਆਪਾਂ ਨੂੰ 13,000 ਤੋਂ 14,000 ਮੈਗਾਵਾਟ ਬਿਜਲੀ, ਜਦੋਂ ਨਾਨ ਪੀਕ ਡਿਮਾਂਡ ਹੁੰਦਾ ਹੈ ਪੀਰੀਅਡ ਉਦੋਂ ਆਪਾਂ ਨੂੰ 5,000 ਤੋਂ 6,000 ਮੈਗਾਵਾਟ ਬਿਜਲੀ ਚਾਹੀਦੀ ਹੁੰਦੀ। ਪੰਜਾਬ ਸਰਕਾਰ ਜਿਹੜੀ ਨਵੀਂ ਆਈ ਹੈ, ਤੁਹਾਨੂੰ ਸਭ ਨੂੰ ਯਾਦ ਹੋਏਗਾ ਕਿ ਕੇਜਰੀਵਾਲ ਸਾਹਿਬ ਜਦੋਂ ਪੰਜਾਬ ਚ ਆ ਕੇ ਉਹਨਾਂ ਨੇ ਗਰੰਟੀ ਦਿੱਤੀ ਸੀ ਪੰਜਾਬੀਆਂ ਨੂੰ, ਸਭ ਤੋਂ ਪਹਿਲੀ ਗਰੰਟੀ ਇਹੀ ਸੀ ਕਿ ਹਰ ਪੰਜਾਬੀ ਨੂੰ 300 ਯੂਨਿਟ ਫ੍ਰੀ ਤੇ 24 ਘੰਟੇ ਬਿਜਲੀ ਮੁਹੱਈਆ ਕਰਾਈ ਜਾਊਗੀ। ਜਦੋਂ ਉਹਨਾਂ ਨੇ ਆ ਕੇ ਅਨਾਉਂਸਮੈਂਟ ਕਰੀ ਸੀ, ਕਿਆ ਉਹਨਾਂ ਨੇ ਕੋਈ ਇਹਦੇ ਲਈ ਕੋਈ ਬਲੂਪ੍ਰਿੰਟ ਬਣਾਇਆ ਜਾਂ ਕੋਈ ਪਲਾਨ ਬਣਾਇਆ ਕਿ ਬਿਜਲੀ ਫ੍ਰੀ ਦੇਣੀ ਕਿਵੇਂ ਆ, ਜਾਂ ਉਹਨਾਂ ਨੇ ਕੋਈ ਕੋਲ ਮਿਨਿਸਟਰੀ ਨਾਲ ਜਾ ਕੇ ਕੋਈ ਮੀਟਿੰਗ ਕੀਤੀ, ਜਾਂ ਹੁਣ ਤੱਕ ਇਹਨਾਂ ਦੇ ਜਿਹੜੇ ਵੀ ਮੰਤਰੀ ਨੇ, ਭਗਵੰਤ ਮਾਨ ਸਾਹਿਬ ਨੇ, ਉਹ ਜਾ ਕੇ ਕੇਜਰੀਵਾਲ ਨੂੰ ਮਿਲਦੇ ਨੇ? ਜਿਹੜੇ ਸਾਡੇ PSPL ਦੇ ਆਫੀਸਰਸ ਨੇ ਉਹ ਕੇਜਰੀਵਾਲ ਸਾਹਿਬ ਨੂੰ ਮਿਲਦੇ ਨੇ? ਕਿਆ ਉਹ ਕਿ ਮਿਨਿਸਟਰੀ ਨੂੰ ਜਾ ਕੇ ਮਿਲਦੇ ਨੇ? ਸਭ ਨੂੰ ਪਤਾ ਕਿ ਕੋਲ ਕ੍ਰਾਈਸਿਸ ਹੈ। ਇਹਦਾ ਅਲਟੀਮੇਟਮ ਸੈਂਟਰਲ ਗਵਰਨਮੈਂਟ ਨੇ ਦਿੱਤਾ ਸੀਗਾ ਤਾਂ ਇਹਨਾਂ ਨੂੰ ਅੱਜ ਸਰਕਾਰ ਨੂੰ 40 ਦਿਨ ਬਣੇ ਨੂੰ ਹੋ ਗਏ। ਜਦੋਂ ਅਸੀਂ ਕਹਿੰਦੇ ਕਿ ਆਹ ਕੰਮ ਨਹੀਂ ਹੋਇਆ ਤਾਂ ਇਹ ਕਹਿੰਦੇ ਸਾਨੂੰ ਸਮਾਂ ਦੇ ਦਿਓ। ਅਸੀਂ ਸਮਾਂ ਵੀ ਦੇ ਰਹੇ ਹਾਂ, ਸਮਾਂ ਮੰਗਦੇ ਨੇ। ਜਦੋਂ ਚੰਗੇ ਗੱਲ ਹੀ ਕਹੋ ਤਾਂ ਫਿਰ ਸਮਾਂ ਮੰਗਣ ਲੱਗ ਜਾਂਦੇ ਨੇ। ਤਾਂ ਇਹਨਾਂ ਨੂੰ ਕਿਆ ਪਤਾ ਨਹੀਂ ਕਿਆ ਸਾਰੇ ਪੜ੍ਹੇ ਲਿਖੇ ਨੇ, ਸਾਰੇ ਆਪਣੇ ਆਪ ਨੂੰ ਕੇਜਰੀਵਾਲ ਸਾਹਿਬ ਠੀਕ ਹੈ IAS ਆਫੀਸਰ ਨੇ, ਭਗਵੰਤ ਮਾਨ ਸਾਹਿਬ ਉੱਥੇ MP ਰਹੇ ਨੇ, ਕਿਆ ਅੱਜ ਤਾਂ ਹੋਇਆ ਨਹੀਂ ਕਿ ਪਹਿਲੀ ਵਾਰ ਬਿਜਲੀ ਚਾਹੀਦੀ ਹੈ? ਤਾਂ ਇਹਨਾਂ ਨੂੰ ਪਹਿਲਾਂ ਪਤਾ ਸੀਗਾ, ਇੰਤਜ਼ਾਮ ਇਹਨਾਂ ਨੇ ਕਰਕੇ ਰੱਖਣਾ ਸੀ। ਇਹਨਾਂ ਦੀ ਢਿੱਲ ਆ, ਸਿੱਧੀ ਢਿੱਲ ਹੈ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਹਰ ਵਿਅਕਤੀ, ਸਿੰਪਲ ਭਾਸ਼ਾ 'ਚ ਮੈਂ ਦੱਸਦਾ, ਹਰ ਬੰਦਾ ਬਿਜਲੀ ਨਾਲ ਜੁੜਿਆ ਹੋਇਆ ਜੀ। ਉਹਦੀ ਸਟਾਰਟਿੰਗ ਬਿਜਲੀ ਤੋਂ ਹੁੰਦੀ ਆ, ਠੀਕ ਆ। ਇਹ ਬੰਦੇ ਨੂੰ AC ਵੀ ਚਾਹੀਦਾ, ਉਹਨੇ ਮੋਬਾਈਲ ਚਾਰਜ ਵੀ ਕਰਨਾ, ਲਾਈਟ ਵੀ ਚਾਹੀਦੀ ਆ, ਪੱਖੇ ਵੀ ਚਾਹੀਦੇ ਨੇ, ਠੀਕ ਹੈ ਜੀ। ਹੁਣ ਬੁਰਾ ਹਾਲ ਹੋਇਆ ਹੈ ਪੰਜਾਬ ਦੇ ਵਿੱਚ। ਰੀਸੈਂਟਲੀ ਆਪਾਂ ਇਹ ਵੀਡੀਓ ਦੇਖੀ ਆ, 12-12 ਘੰਟੇ ਦੇ ਕੱਟ ਲੱਗ ਰਹੇ, 12-12 ਘੰਟੇ ਦੇ ਕੱਟ ਲੱਗ ਰਹੇ ਨੇ। 300 ਯੂਨਿਟ ਤੱਕ ਕੀ ਅੱਗੇ ਪੈਡੀ ਸੀਜ਼ਨ ਆ ਰਿਹਾ, ਕੋਈ ਕਿਸਾਨਾਂ ਲਈ ਇਹਨਾਂ ਨੇ ਸਟ੍ਰੈਟਜੀ ਬਣਾਈ ਹੈ ਕਿ ਉਹਨੂੰ ਬਿਜਲੀ ਦੇਣੀ ਕਿਵੇਂ ਆ? ਕਿ ਇਹ ਜਿਹੜੀ ਪ੍ਰੋਬਲਮ ਕ੍ਰੀਏਟ ਪੰਜਾਬ 'ਚ ਹੋ ਰਹੀ ਆ, ਕਾਲੇ ਬੱਦਲ ਜਿਹੜੇ ਮੰਡਰਾ ਰਹੇ ਨੇ ਨਾ ਪੰਜਾਬ ਦੇ ਉੱਪਰ ਬਿਜਲੀ, ਇਹਨਾਂ ਨੇ ਹੱਲ ਕੀ ਕੱਢਿਆ?
ਇਹ ਦੱਸਣ। ਇਹਨਾਂ ਨੇ ਜੀ ਕੋਈ ਤਿਆਰੀ ਸ਼ਸ਼ੀਵੀਰ ਕਰਨੀ ਜੀ, ਸੀ, ਉਹ ਸ਼ਸ਼ੀਵੀਰ ਸ਼ਰਮਾ ਜੀ ਕੀ ਪਲਾਨ ਹੈ ਜੀ? ਵਿਦਆਊਟ ਪਲੈਨਿੰਗ ਕੀਤਾ, ਅਨਪਲੈਨਡ ਸੀ ਸਾਰਾ ਇਹਨਾਂ ਦਾ। ਪਲਾਨ ਤਾਂ ਕਰਦੇ। ਜੀ ਸਰ, ਮੈਂ ਬਿਲਕੁਲ ਦੱਸ ਰਿਹਾ ਕਿ ਬਲੂਪ੍ਰਿੰਟ ਬਿਲਕੁਲ ਤਿਆਰ ਹੈ ਸਾਡਾ, ਕਿਸੇ ਤਰੀਕੇ ਦੀ ਕੋਈ ਕਮੀ ਨਹੀਂ ਆਏਗੀ। ਥੋੜਾ ਸਮਾਂ ਜ਼ਰੂਰ ਲੱਗੇਗਾ ਕਿਉਂਕਿ ਮੈਂ ਤੁਹਾਨੂੰ ਦੱਸਦਾ ਬੇਸਿਕਲੀ ਕਦੋਂ ਆਏਗਾ ਸ਼ਰਮਾ ਜੀ? ਜਦੋਂ ਲੋਕ ਗਰਮੀ ਚ ਬਿਹਾਰ ਹੋ ਜਾਣ। 122 ਪ੍ਰਦੀਪ ਜੀ, ਮੈਂ ਇੱਕ ਮਿੰਟ ਤੁਹਾਨੂੰ ਯਾਰ, 122 ਸਾਲਾਂ ਦੇ ਵਿੱਚ ਰੈਕਡ ਪ੍ਰੀ ਸਮਰ ਗਰਮੀ ਪਈ ਹੈ ਜੀ। ਪ੍ਰੀ ਸਮਰ ਜਿਹੜਾ ਮਾਰਚ ਤੇ ਮਈ ਦਾ ਮਹੀਨਾ ਹੁੰਦਾ ਜੀ, ਮਾਰਚ ਤੋਂ ਅਪ੍ਰੈਲ ਦੇ ਆਸ-ਪਾਸ, ਉਹਦੇ ਵਿੱਚ ਰਿਕਾਰਡ ਗਰਮੀ ਹੋਈ ਹੈ 122 ਸਾਲਾਂ ਤੋਂ ਲੈ ਕੇ ਅੱਜ ਤੱਕ ਦੀ ਰਿਕਾਰਡ ਗਰਮੀ ਇਹਦੇ ਵਿੱਚ ਹੋਈ ਹੈ ਜੀ। ਹੁਣ ਹੋਇਆ ਕੀ ਹੈ ਇਹਦੇ ਵਿੱਚ? ਬੇਸਿਕਲੀ ਮੈਂ ਹੁਣ ਕਹਿ ਰਿਹਾ ਕਿ ਤਾਂਜੇ ਕੱਸਣ ਵਾਸਤੇ, ਕ੍ਰਿਟਿਸਿਜ਼ਮ ਕਰਨ ਵਾਸਤੇ ਬਹੁਤ ਵਧੀਆ ਗੱਲ ਹੈ, ਕ੍ਰਿਟਿਸਿਜ਼ਮ ਕਰਨਾ ਵੀ ਚਾਹੀਦਾ ਜੀ। ਪਰ ਕ੍ਰਿਟਿਸਿਜ਼ਮ ਕਰਨ ਤੋਂ ਪਹਿਲਾਂ ਇਹਨਾਂ ਨੂੰ ਆਪਦੀ ਪੀੜੀ ਥੱਲੇ ਛੋਟਾ ਮਾਰ ਲੈਣਾ ਚਾਹੀਦਾ ਕਿ ਇਹ ਜਿਹੜਾ ਕਰਕੇ ਗਏ ਆ, ਕਿ ਕੋਲ ਦੀ ਪ੍ਰੋਪਰ ਛੱਡ ਕੇ ਗਏ ਸੀਗੇ, ਕਿ ਇਹਨਾਂ ਨੇ 2000 ਜਦੋਂ 21 ਦੇ ਵਿੱਚ ਅਕਤੂਬਰ ਦੇ ਵਿੱਚ ਜਦੋਂ ਚੀਜ਼ ਪ੍ਰੋਬਲਮ ਰਾਈਜ਼ ਹੋਈਆਂ ਸੀ, ਕੀ ਇਹਨਾਂ ਨੇ ਉਸ ਚੀਜ਼ ਕੰਪਲੀਟ ਕਰ ਲਿਆ ਸੀਗਾ? ਸੈਕੰਡਲੀ ਸ਼ਸ਼ੀਵੀਰ ਸ਼ਰਮਾ ਜੀ, ਫ੍ਰੀ ਬੀਜ ਤੁਸੀਂ ਦਿੱਤੇ ਸੀਗੇ ਤੇ ਵਾਅਦਾ ਵੀ ਕੀਤਾ ਸੀ 24 ਘੰਟੇ ਬਿਜਲੀ ਦਾ। ਲਗਭਗ ਮਹੀਨਾ ਡੇਢ ਮਹੀਨਾ ਹੋ ਗਿਆ ਸਰਕਾਰ ਆਈ ਨੂੰ। ਹੁਣ ਜੇ ਅਸੀਂ ਇਹ ਕਵਾਂਗੇ ਵੀ ਪਿਛਲਿਆਂ ਨੇ ਇੰਜ ਕੀਤਾ ਸੀ, ਉਂਝ ਕੀਤਾ ਸੀ, ਤੁਹਾਨੂੰ ਲੋਕਾਂ ਨੇ ਤਾਂ ਹੀ ਚੁਣਿਆ ਸੀਗਾ ਵੀ ਬਦਲਾਵ ਹੈ। ਇਹ ਗੱਲ ਸੁਣਨ ਨੂੰ ਤੇ ਨਹੀਂ ਚੁੜਿਆ ਕਿ ਪਿਛਲੇ ਇੰਜ ਕਰ ਗਏ ਤਾਂ ਇਹ ਪ੍ਰੋਬਲਮ ਹੈ। ਗੁਰਪ੍ਰੀਤ ਜੀ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਚੀਜ਼ ਅਸ਼ੋਰ ਕਰਦਾ ਵਾਂ, ਜਿਹੜਾ ਸੰਕਟ ਹੈ ਇਹਦਾ ਪੱਕਾ ਹੱਲ ਕੱਢਿਆ ਜਾਏਗਾ ਤੇ ਸਾਡੀ ਸਰਕਾਰ ਇਹਦੇ ਤੇ ਵਰਕਿੰਗ ਕਰ ਰਹੀ ਹੈ। ਤੇ ਕੀ ਕੋਈ ਹੈ ਪਲਾਨ ਜੇ ਤੁਸੀਂ ਸ਼ੇਅਰ ਕਰ ਦਿਓ? ਕਿਉਂਕਿ ਲੋਕ ਬਹੁਤ ਪਰੇਸ਼ਾਨ ਨੇ, ਲੋਕਾਂ ਦੇ ਕਿਤੇ ਤੱਕ ਇਫੈਕਟ ਹੋ ਚੁੱਕੇ ਨੇ, ਲੋਕਾਂ ਦੇ ਕੰਮਕਾਰ ਇਫੈਕਟ ਹੋ ਚੁੱਕੇ ਨੇ, ਕਿਉਂਕਿ ਆਲਰੇਡੀ ਕੋਵਿਡ ਐਂਡ ਅਦਰ ਸੋਰਸਿਸ ਦੀ ਕਈ ਲੋਕਾਂ ਨੂੰ ਕੰਮਾਂ ਦੀ ਮਾਰ ਪੈ ਚੁੱਕੀ ਹੈ। ਅੱਜ ਦੀ ਜਿਹੜੀ ਹਾਲਾਤ ਹੈ ਬਿਜਲੀ ਦੀ, ਜਿਹੜੀ ਇਹ ਮਾਰ ਫਾਈਨੈਂਸ਼ੀਅਲੀ ਜਿਹੜਾ ਲੋਕ ਚੱਲ ਰਹੇ ਨੇ, ਉਹ ਬਹੁਤ ਔਖਾ ਹੈ। ਸਰ ਮੈਂ ਬਿਲਕੁਲ ਸਮਝਦਾ, ਕਿਉਂਕਿ ਆਪਾਂ ਇੰਡਸਟਰੀਜ਼ ਵੀ ਲੈ ਕੇ ਆਣੀ ਹੈ, ਇੰਡਸਟਰੀਜ਼ ਨੂੰ ਵਧਾਉਣਾ ਵੀ ਹੈ। ਪੰਜਾਬ ਵਾਸਤੇ ਬਿਜਲੀ ਬਹੁਤ ਇੰਪੋਰਟੈਂਟ ਹੈ ਤੇ ਬਿਜਲੀ ਸਰਪਲਸ ਵੀ ਹੋਏਗੀ, ਬਿਜਲੀ ਪ੍ਰੋਪਰ ਵੀ ਹੋਏਗੀ। ਹੁਣ ਮੈਂ ਕਾਂਗਰਸ ਦੇ ਕਹਿ ਰਹੇ ਨੇ, ਮੈਂ ਕਾਂਗਰਸ ਨੂੰ ਇੱਕ ਗੱਲ ਦੱਸ ਦਿਆਂ ਜੀ, ਜਿਹੜਾ ਥਰਮਲ ਪਲਾਂਟ ਬਠਿੰਡੇ ਵਾਲਾ ਸੀਗਾ ਜੀ, ਉੱਥੇ 1800 ਕਰੋੜ ਪਲੱਸ ਦੀ ਉਹਦੇ ਮਸ਼ੀਨਰੀ ਲੱਗੀ ਸੀਗੀ, ਇਹਨਾਂ ਨੇ 120 ਕਰੋੜ ਦੇ ਵਿੱਚ ਵੇਚੀ ਹੈ ਜੀ। 120 ਕਰੋੜ ਦੇ ਵਿੱਚ ਅੱਜ ਨਾ ਵੇਚੀ ਹੁੰਦੀ, ਕਾਲ ਆਪਣੇ ਕੋ ਉੱਥੇ ਵੀ ਸਾਡਾ ਹੋਰ ਚੱਲ ਰਿਹਾ ਹੁੰਦਾ ਕਿਸੇ ਤਰੀਕੇ ਦੀ। ਕੋਈ 120 ਕਰੋੜ ਦੀ ਤੁਸੀਂ ਦੱਸ ਦਿਓ, 120 ਕਰੋੜ ਚ ਕਿਸ ਤਰ੍ਹਾਂ ਵੇਚ ਸਕਦੇ ਹੋ ਤੁਸੀਂ? ਪਹਿਲੀ ਗੱਲ ਫੈਕਟ ਤੇ ਆ ਜਾਓ, ਚੈੱਕ ਕਰ ਲਓ ਤੁਸੀਂ ਆਪ ਦਾ। ਕੀ ਉਹਦੇ ਤੇ ਇਨਕੁਆਇਰੀ ਕੋ ਖੋਲੀ ਜਾਏਗੀ ਜੀ ਇਸ ਚੀਜ਼ ਦੇ ਉੱਤੇ? ਬਿਲਕੁਲ 101% ਇਨਕੁਆਇਰੀ ਖੋਲੀ ਜਾਏਗੀ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਕਿਉਂਕਿ ਪੰਜਾਬ ਦਾ ਜਿਹੜਾ ਪੈਸਾ ਹੈ, ਪੰਜਾਬ ਤੇ ਜਿਹੜਾ ਕਰਜ਼ਾ ਚੜਿਆ, ਇਸ ਤਰ੍ਹਾਂ ਨਹੀਂ ਚੜਿਆ, ਇਹਨਾਂ ਲੋਕਾਂ ਦੀਆਂ ਓਸ਼ੀਆਂ ਹਰਕਤਾਂ ਕਰਕੇ ਚੜਿਆ ਜੀ ਜਨਾਬ। ਦੇਖਣ ਇਹਦੇ ਵਿੱਚ, ਕਿਉਂਕਿ ਉਹ ਤੋਂ 1800 ਕਰੋੜ ਤੁਸੀਂ 120 ਕਰੋੜ ਚ ਕਿਸ ਤਰ੍ਹਾਂ ਵੇਚ ਸਕਦੇ ਹੋ? ਉਸ ਨੂੰ ਸਿਰਫ ਇੱਕ ਲੋਕਾਂ ਨੂੰ ਸੁਪਨਾ ਦਿਖਾਇਆ ਗਿਆ ਸੀਗਾ ਕਿ ਇੱਕ ਧੂਆਂ ਨਿਕਲੇਗਾ ਜੀ, ਉੱਥੋਂ ਦੀ ਥਰਮਲ ਪਲਾਂਟ ਚੱਲੇਗਾ, ਲੋਕਾਂ ਨੂੰ ਰੋਜ਼ਗਾਰ ਮਿਲੇਗਾ, ਖਾਲੀ ਕਰਕੇ ਰੱਖ ਦਿੱਤਾ ਜੀ ਉਹਨਾਂ ਨੇ ਉਸ ਚੀਜ਼ ਨੂੰ। ਸੈਕੰਡਲੀ ਮੈਂ ਤੁਹਾਨੂੰ ਹੁਣ ਆ ਰਿਹਾ ਫੈਕਟਸ ਦੇ ਉੱਪਰ। ਹੁਣ ਜਿਹੜੀ ਇਹ ਕ੍ਰਾਈਸਿਸ ਆ, ਇਹ ਇਕੱਲਾ ਪੰਜਾਬ ਦੇ ਵਿੱਚ ਨਹੀਂ ਆਇਆ, ਇਹ ਰਾਜਸਥਾਨ, ਮਹਾਰਾਸ਼ਟਰ, ਗੁਜਰਾਤ, ਬਿਹਾਰ ਸਾਰੇ ਪਾਸੇ ਆਇਆ। ਉਹਦਾ ਮੇਨ ਵਜ੍ਹਾ ਮੈਂ ਤੁਹਾਨੂੰ ਦੱਸ ਰਿਹਾ, ਕਿਤੇ ਨਾ ਕਿਤੇ ਜਿਹੜੀ ਸੈਂਟਰਲ ਗਵਰਨਮੈਂਟ ਹੈ, ਉਹ ਸੈਂਟਰਲ ਗਵਰਨਮੈਂਟ ਬਿਜਲੀ ਦੋ, ਤੁਸੀਂ 300 ਯੂਨਿਟ ਰਾਜਸਥਾਨ ਦੀ ਗੱਲ ਛੱਡੋ। ਪ੍ਰਦੀਪ ਜੀ, ਮੈਂ ਤੁਹਾਡੇ ਕੋਲ ਵੀ ਆਉਣਾ ਜੀ, ਇਹਨਾਂ ਦਾ ਇੱਕ ਲੈ ਲੈਣੀ ਐਕਸ਼ਨ ਤੇ ਤੁਹਾਡੇ ਵੱਲ ਵੀ ਆਉਣਾ ਜੀ। ਜੀ ਸੈਂਟਰਲ ਗਵਰਨਮੈਂਟ ਦੀ ਕਿਤੇ ਨਾ ਕਿਤੇ ਵੱਲ ਹੈ, ਕਿਉਂਕਿ ਸੈਂਟਰਲ ਗਵਰਨਮੈਂਟ ਕਿਤੇ ਵੀ ਸੀਰੀਅਸਲੀ ਨਹੀਂ ਲਿੱਤਾ ਇਸ ਇਸ਼ੂ ਨੂੰ। ਮੈਂ ਤੁਹਾਨੂੰ ਰਿਪੀਟ ਕਰ ਰਿਹਾ, ਅਕਤੂਬਰ 21 ਦੇ ਵਿੱਚ ਵੀ ਇਹ ਚੀਜ਼ ਅਰਾਈਜ਼ ਹੋਈ, ਕੋਰ ਮੈਨੇਜਮੈਂਟ ਟੀਮ ਤਿਆਰ ਕੀਤੀ ਗਈ, ਉਹਦੀ ਰਿਪੋਰਟ ਵੀ ਆਈ, ਉਸ ਤੋਂ ਬਾਅਦ ਵੀ ਫਰਦਰ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿੱਤਾ। ਹੁਣ ਆ ਕੇ ਦੇਖਣਗੇ, ਹੁਣ ਕੋਲ ਇੰਡੀਆ ਲਿਮਟਿਡ ਨੇ ਆਪ ਐਡਮਿਟ ਕੀਤਾ ਕਿ ਸਾਡੇ ਕੋਲ ਕੋਇਲਾ ਘੱਟ ਹੈ, ਸਾਡੀ ਸਪਲਾਈ ਘੱਟ ਹੋ ਰਹੀ ਹੈ। ਕਿਉਂਕਿ ਕੋਲ ਇੰਡੀਆ ਲਿਮਟਿਡ ਇੱਕ ਸੋਲ ਹੈਗੀ ਹੈ, ਸੋਲ ਕੰਪਨੀ ਹੈ ਜਿਹੜੀ ਹਿੰਦੁਸਤਾਨ ਦੇ ਵਿੱਚ ਹਰ ਇੱਕ ਸਟੇਟ ਨੂੰ ਕੋਲ ਸਪਲਾਈ ਕਰਦੀ ਹੈ ਤੇ 70% ਦੇ ਆਸ-ਪਾਸ ਥਰਮਲ ਪਲਾਂਟਸ ਸਾਡੇ ਕੋਲ ਤੋਂ ਚੱਲਦੇ ਨੇ। ਜਦੋਂ ਤੱਕ ਇਹ ਸਪਲਾਈ ਸਹੀ ਨਹੀਂ ਕਰਨਗੇ, ਸਾਡੇ ਕੋਲ ਉਸ ਚੀਜ਼ ਨੂੰ ਪੂਰਤੀ ਕਰਨ ਵਾਸਤੇ ਸਾਨੂੰ ਆਲਟਰਨੇਟਿਵਸ ਲੱਭਣੇ ਪੈਣਗੇ। ਤੇ ਆਮ ਆਦਮੀ ਪਾਰਟੀ, ਪੰਜਾਬ ਸਰਕਾਰ ਇਸ ਚੀਜ਼ ਦੇ ਉੱਪਰ ਪ੍ਰੋਪਰ ਵਰਕਿੰਗ ਕਰ ਰਹੀ ਹੈ। ਆਉਣ ਵਾਲੇ ਟਾਈਮ ਦੇ ਉੱਤੇ ਅਸੀਂ ਇਹਦਾ ਇੱਕ ਪੱਕਾ ਹੱਲ ਕੱਢ ਕੇ ਰੱਖਾਂਗੇ ਜੀ। ਜੀ ਮੁਹੰਮਦ ਖਾਲਿਦ ਜੀ, ਕੀ ਲੱਗਦਾ ਜੀ? ਕਿਉਂਕਿ ਸਮਾਂ ਥੋੜਾ ਤੁਸੀਂ ਵੀ ਜਾਣਾ ਹੈ, ਕਿਉਂਕਿ ਸਾਡੇ ਗੈਸਟ ਨੇ ਸਾਨੂੰ ਪਹਿਲੇ ਦੱਸ ਦਿੱਤਾ ਸੀ ਕਿ ਇਹਨਾਂ ਦਾ ਫਰਦਰ ਪਲਾਨ ਹੈ। ਅਮਿਤ ਅਰੋੜਾ ਜੀ, ਇਸ ਤੋਂ ਬਾਅਦ ਮੈਂ ਤੁਹਾਡੇ ਕੋਲ ਹੀ ਆਉਣਾ ਜੀ। ਮੁਹੰਮਦ ਖਾਲਿਦ ਜੀ, ਕੀ ਲੱਗਦਾ ਜੀ, ਪੰਜਾਬ ਇਸ ਸੰਕਟ ਚੋਂ ਨਿਕਲ ਪਾਏਗਾ ਕਿ ਹੋਰ ਫਸੇਗਾ? ਮੈਂ ਦੇਖੋ ਇਦਾਂ ਹੈਗਾ ਕਿ ਕਿਉਂਕਿ ਬਿਜਲੀ ਦਾ ਜਿਹੜਾ ਸੰਕਟ ਹੈ, ਬਿਜਲੀ ਦੀ ਜਿਹੜੀ ਸਮੱਸਿਆ ਹੈ, ਇਹ ਸਾਡੀ ਕਾਮਨ ਸਮੱਸਿਆ ਹੈ ਜੀ। ਇਹਨੂੰ ਆਪਾਂ ਅਗਰ ਪੋਲਿਟਿਕਸ ਦੇ ਵਿੱਚ ਨਾ ਵੰਡੀਏ ਤਾਂ ਅੱਛੀ ਗੱਲ ਹੈ। ਬਿਲਕੁਲ ਠੀਕ। ਉਹਦੀ ਵਜ੍ਹਾ ਹੈਗੀ ਹੈ ਕਿ ਹਰ ਵਿਅਕਤੀ ਦੀ ਲਾਈਫ ਸਵੇਰ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਬਿਜਲੀ ਨਾਲ ਜੁੜੀ। ਹਰ ਸਾਲ ਇਹ ਕ੍ਰਾਈਸਿਸ ਆਉਂਦੇ ਆ। ਹਰ ਸਾਲ ਗਰਮੀਆਂ ਦੇ ਵਿੱਚ ਆਪਾਂ ਦੇਖਦੇ ਹਾਂ ਜੀ, ਕੋਲੇ ਦੀ ਸ਼ਾਰਟੇਜ ਹੋ ਗਈ, ਥਰਮਲ ਪਲਾਂਟ ਬੰਦ ਹੋ ਗਿਆ, ਇਹ ਫੁੱਕ ਗਿਆ, ਇਹ ਹੋ ਗਿਆ, ਇਹ ਸਾਰਾ ਕੁਝ ਆਪਾਂ ਦੇਖਦੇ।
ਬਿਊਰੋਕ੍ਰੇਸੀ ਤਾਂ ਪਰਮਾਨੈਂਟ ਹੈ। ਜੇ ਪੋਲੀਟੀਕਲ ਐਗਜ਼ੈਕਟਿਵ ਜਿਹੜੀ ਹੈਗੀ ਹੈ, ਪੋਲੀਟੀਕਲ ਲੋਕ ਜਿਹੜੇ ਹੈਗੇ ਆ ਬਦਲਦੇ ਰਹਿੰਦੇ ਆ, ਅੱਜ ਇਹਦੀ ਸਰਕਾਰ, ਅੱਜ ਇਹਦੀ ਸਰਕਾਰ, ਜੀ ਲੇਕਿਨ ਬਿਊਰੋਕ੍ਰੇਸੀ ਜਿਹੜੇ ਹੈ, ਜਿਹੜੇ ਆਈਏਐਸ ਆਫੀਸਰਸ ਹੈ, ਜਿਹੜੇ ਪਾਲਿਸੀ ਫਰੇਮ ਕਰਦੇ ਆ, ਉਹ ਤਾਂ ਪਰਮਾਨੈਂਟ ਹੈ। ਉਹਨਾਂ ਨੇ ਕਦੇ ਵੀ ਕਿਸੇ ਪੋਲੀਟੀਕਲ ਲੀਡਰਸ਼ਿਪ ਨੂੰ ਪਰਮਾਨੈਂਟ ਸੋਲੂਸ਼ਨ ਕਿਉਂ ਨਹੀਂ ਸੁਝਾਏ? ਆਲਟਰਨੇਟਿਵ ਸੋਰਸਸ ਆਫ એનર્ਜੀ, ਚਾਹੇ ਉਹ ਸੋਲਰ એનર્ਜੀ ਹੈ, ਚਾਹੇ ਉਹ ਹੈ, ਉਹਦੇ ਵੱਲ ਜ਼ਿਆਦਾ ਤਵੱਜੋ ਕਿਉਂ ਨਹੀਂ ਦਿੱਤੀ ਗਈ? ਘੱਟੋ ਘੱਟ ਆਪਾਂ ਡੋਮੈਸਟਿਕ ਸੈਕਟਰ ਹੀ ਫ੍ਰੀ ਕਰ ਲਈਏ, ਤਾਂ ਕਿ ਜਿਹੜਾ ਥਰਮਲ ਹੈ ਤੇ ਦੂਸਰੀ એનર્ਜੀ ਹੈਗੀ ਹੈ ਉਹ ਆਪਾਂ ਇੰਡਸਟਰੀ ਤੇ ਐਗਰੀਕਲਚਰ ਨੂੰ ਦੇ ਸਕੀਏ। ਜੀ ਸਾਡੇ ਕੋਲ ਦੇਖੋ ਕਿਉਂ ਹੋਇਆ ਇਹ ਤਾਂ ਸਾਨੂੰ ਪਤਾ, ਲੇਕਿਨ ਕਰਨਾ ਕੀ ਹੈ? ਪ੍ਰੋਬਲਮ ਇਹ ਹੈਗੀ ਹੈ, ਸਾਨੂੰ ਉਹਦਾ ਸੋਲੂਸ਼ਨ ਲੱਭਣਾ ਚਾਹੀਦਾ ਹੈ ਕਿ ਅਸੀਂ ਕਰਾਂਗੇ ਕੀ, ਕਿਸ ਤਰੀਕੇ ਦੇ ਨਾਲ ਇਸ ਕ੍ਰਾਈਸਿਸ ਚੋਂ ਨਿਕਲਾਂਗੇ। ਜਿੱਥੇ ਤੱਕ ਤੁਹਾਡੇ ਸਵਾਲ ਦਾ ਜਵਾਬ ਹੈ, ਮੈਂ ਤੁਹਾਨੂੰ ਦੱਸਦਾ, ਤੁਸੀਂ ਕਿਹਾ ਕਿ ਕਿਆ ਅਸੀਂ ਕ੍ਰਾਈਸਿਸ ਚੋਂ ਨਿਕਲਾਂਗੇ। ਇਸ ਕ੍ਰਾਈਸਿਸ ਚੋਂ ਨਿਕਲਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਤੁਹਾਡੀ PSPCL ਜਿਹੜੀ ਹੈਗੀ ਹੈ, ਪਾਵਰ ਕਾਰਪੋਰੇਸ਼ਨ, ਉਹ ਵੀ ਬੰਦ ਹੋਣ ਦੀ ਕਗਾਰ ਤੇ ਹੈ, ਕਿਉਂਕਿ ਸਬਸਿਡੀਜ਼ ਜਿਹੜੀ ਹੈਗੀਆਂ ਉਹਦੀ ਵਜ੍ਹਾ ਕਰਕੇ ਪੈਸਾ ਜਿਹੜਾ ਸਰਕਾਰ ਦੇ ਨਹੀਂ ਰਹੀ ਉਹਨਾਂ ਨੂੰ, ਔਰ ਉਹਨਾਂ ਦੇ ਖਰਚੇ ਉੱਥੇ ਹੀ ਖੜੇ ਆ। ਤੁਹਾਨੂੰ ਮੈਂ ਦੱਸਦਾ ਕਿ ਤੁਹਾਡੀਆਂ ਬਿਜਲੀ ਦੀਆਂ ਲਾਈਨਾਂ ਕਿੰਨੀਆਂ ਪੁਰਾਣੀਆਂ ਨੇ, ਤੁਹਾਡੇ ਗ੍ਰਿਡ ਕਿੰਨੇ ਪੁਰਾਣੇ ਆ, ਔਰ ਕਿਸ ਤਰੀਕੇ ਦੇ ਨਾਲ ਗ੍ਰਿਡ ਜਿਹੜੇ ਹੈਗੇ ਆ, ਥੋੜਾ ਜਿਹਾ ਪਾਵਰ ਵੱਧਦੀ ਹੈ, ਡਿਮਾਂਡ ਫਿਊਜ਼ ਹੋ ਜਾਂਦੇ ਨੇ, ਬੜੀ ਕਾਮਨ ਪ੍ਰੋਬਲਮ ਕਰ ਜਾਂਦੇ ਆ, ਟ੍ਰਿਪ ਕਰ ਜਾਂਦੇ ਆ, ਫਿਰ ਉਹਦੀ ਵਜ੍ਹਾ ਕਰਕੇ ਉਸ ਇਲਾਕੇ ਦੇ ਵਿੱਚ ਬਿਜਲੀ ਨਹੀਂ ਆਉਂਦੀ, ਕਦੇ ਵਾਲੇ ਸਾਰੇ ਸ਼ਹਿਰ ਦੇ ਵਿੱਚ ਬਿਜਲੀ ਨਹੀਂ ਆਉਂਦੀ। ਉਹ ਸਾਰੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਉਹਦੇ ਨਾਲ ਪੈਸਾ ਚਾਹੀਦਾ, ਔਰ PSPCL ਕੋਲ ਪੈਸਾ ਹੈ ਨਹੀਂ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 9000 ਕਰੋੜ ਤੁਸੀਂ ਸਬਸਿਡੀ ਦਾ ਦੇਣਾ, 2600 ਕਰੋੜ ਮਹਿਕਮੇ ਨੇ ਦੇਣਾ, ਜਿਨ੍ਹਾਂ ਨੇ ਦੱਬੇ ਹੋਏ ਆ ਪੈਸੇ, ਇਹਦੇ ਆਪਣੇ ਬਿਜਲੀ ਇਸਤੇਮਾਲ ਕਰਦੇ ਆ, ਬਿੱਲ ਦਿੰਦੇ ਨਹੀਂ ਹਨ। ਅਗਰ ਇਹਨਾਂ ਸਾਰਿਆਂ ਚੀਜ਼ਾਂ ਨੂੰ ਸਟ੍ਰੀਮਲਾਈਨ ਨਹੀਂ ਕੀਤਾ ਜਾਏਗਾ, ਤੁਸੀਂ ਇਸ ਕ੍ਰਾਈਸਿਸ ਚੋਂ ਬਾਹਰ ਨਹੀਂ ਨਿਕਲ ਸਕਦੇ ਜੀ। ਔਰ ਇਹ ਕ੍ਰਾਈਸਿਸ ਗਹਿਰਾਏਗਾ ਫਰਦਰ। ਜਿਸ ਤਰੀਕੇ ਦੇ ਨਾਲ ਸਿਚੁਏਸ਼ਨ ਬਣੀ ਹੋਈ ਹੈ, ਉਹਦੇ ਨਾਲ ਤਾਂ ਫ੍ਰੀ ਤਾਂ ਕੁਛ ਨਹੀਂ ਕਿ ਜੀ ਬਿੱਲ ਜ਼ੀਰੋ ਆਉਣਗੇ, ਇਨਫੈਕਟ ਬਿਜਲੀ ਆਣੀ ਹੀ ਨਹੀਂ। ਔਰ ਉਹ ਜਿਹੜਾ ਹੈਗਾ, ਲੋਕਾਂ ਨੇ ਜਿਹੜਾ ਹੈਗਾ ਨੈਚੁਰਲੀ ਪ੍ਰੈਸ਼ਰ ਪਾਉਣਾ ਸਰਕਾਰ ਦੇ ਉੱਪਰ। ਸਰਕਾਰ ਉਹੀ ਹੈ ਜਿਹੜੀ ਅੱਜ ਦੀ ਸਰਕਾਰ ਹੈ। ਅੱਜ ਦੀ ਜਿਹੜੀ ਸਰਕਾਰ ਬਣੀ ਹੈ, ਉਹ ਐਸੈਟਸ ਵੀ ਉਹਦੀਆਂ, ਲਾਇਬਿਲਿਟੀਜ਼ ਵੀ ਉਹਦੀਆਂ, ਜਿਹੜੇ ਉਹਨਾਂ ਨੇ ਵਾਅਦੇ ਕੀਤੇ ਹੈ ਉਹ ਵੀ ਉਹਨਾਂ ਦੇ ਹੈ। ਉਹ ਤਾਂ ਉਹਨਾਂ ਨੂੰ ਕਰਨਾ ਪੈਣਾ, ਜਵਾਬ ਤਾਂ ਸਰਕਾਰ ਨੇ ਦੇਣਾ, ਚਾਹੇ ਉਹ ਅੱਜ ਬਣੀ ਹੈ ਚਾਹੇ 40 ਦਿਨ ਪਹਿਲਾਂ ਬਣੀ। ਇਸ ਕਰਕੇ ਇਹਦਾ ਹੱਲ ਜਿਹੜਾ ਹੈਗਾ ਸਰਕਾਰ ਨੂੰ ਲੱਭਣਾ ਪਏਗਾ। ਜੀ ਪ੍ਰਦੀਪ ਮਾਨ ਜੀ। ਜੀ Gurpreet ji, from the very first day, not from 2022, 2014 ਤੋਂ ਹੀ ਇਹਨਾਂ ਦਾ ਕੇਜਰੀਵਾਲ ਸਾਹਿਬ ਦਾ ਸੇਮ ਐਟੀਟਿਊਡ ਆ। ਇਹ ਰੋਪ ਪ੍ਰਤਿਆਰੋਪ ਦੀ ਪੋਲਿਟਿਕਸ ਕਰਦੇ ਨੇ। ਜਦੋਂ ਹੁੰਦਾ ਆ ਤਾਂ ਸੈਂਟਰ ਤੇ ਹਮੇਸ਼ਾ ਐਲੀਗੇਸ਼ਨਸ ਲਾਉਣ ਲੱਗ ਜਾਂਦੇ ਨੇ, ਜਿਹਨਾਂ ਦੇ ਪੱਲੇ ਕੁਝ ਨਹੀਂ ਹੁੰਦਾ, ਜਾਂ ਸਟੇਟਸ ਦੇ ਵਿੱਚ ਕਰਨਗੇ, ਪਿਛਲੀ ਸਰਕਾਰਾਂ ਨੇ ਕੁਝ ਨਹੀਂ ਕੀਤਾ। ਮੈਂ ਭਾਈ ਸਾਹਿਬ ਨੂੰ ਆਪਣੇ ਸ਼ਰਮਾ ਜੀ ਨੂੰ ਦੱਸ ਦਿੰਦਾ, ਜਿਹੜਾ ਗੋਬਿੰਦਵਾਲ ਦਾ ਆਪਣਾ ਥਰਮਲ ਪਲਾਂਟ ਆ, ਉਹਦੀ ਜਿਹੜੀ ਕੰਜ਼ਿਊਮ ਕਰਨ ਦੀ ਕਪੈਸਿਟੀ ਆ ਨਾ, ਉਹ 540 ਮੈਗਾਵਾਟ ਆ, ਪਰ ਰੀਸੈਂਟਲੀ ਉਹ ਜਨਰੇਟ ਕਿੰਨੀ ਕਰ ਰਿਹਾ? 255 ਮੈਗਾਵਾਟ। ਐਵੇਂ ਜਿਹੜਾ ਰਾਜਪੁਰਾ ਦਾ ਉਹਦੀ 1400 ਮੈਗਾਵਾਟ ਦੀ ਆ, ਤਾਂ 1380 ਮੈਗਾਵਾਟ ਦੀ ਰੇਟ ਦੇ ਵਿੱਚ ਉਹ ਆਪਾਂ ਨੂੰ ਜਨਰੇਟ ਕਰਕੇ ਦੇ ਰਹੇ ਨੇ। ਤਲਵੰਡੀ ਸਾਬੋ ਦੀ 1980 ਮੈਗਾਵਾਟ ਦੀ ਕਪੈਸਿਟੀ ਆ, 585 ਮੈਗਾਵਾਟ ਉਹ ਆਪਾਂ ਨੂੰ ਜਨਰੇਟ ਕਰਕੇ ਦੇਣੇ। ਕਿਆ ਆਪਾਂ ਉੱਥੇ ਕੋਈ ਆਪਣੀ ਟੀਮ ਕੋਈ ਸੁਪਰਵਾਈਜ਼ ਕਰ ਰਹੀ ਹੈ? ਜਿਵੇਂ ਆਪਣਾ ਪੋਲੀਟੀਕਲ ਐਕਸਪਰਟਸ ਨੇ ਦੱਸਿਆ, ਜਿਹੜੇ IAS ਆਫੀਸਰ ਨੇ ਸਰਕਾਰ ਚਲਾਉਣੀ ਜਾਂ ਤੁਹਾਡਾ ਬਿਜਲੀ ਦਾ ਮੰਤਰੀ, ਕਿਆ ਉਹਨਾਂ ਨੇ ਉੱਥੇ ਜਾ ਕੇ ਵਿਜ਼ਿਟ ਕੀਤਾ, ਜਾ ਕੇ ਥਰਮਲ ਪਲਾਂਟ ਉਹਨਾਂ ਦੀ ਕੀ ਸਿਚੁਏਸ਼ਨਸ ਆ? ਕਿਆ ਜਦੋਂ ਆਪਾਂ ਨੇ ਪ੍ਰੋਮਿਸ ਕੀਤਾ ਸੀ ਕੇਜਰੀਵਾਲ ਸਾਹਿਬ ਨੇ ਕਿ ਅਸੀਂ ਇੰਨੀ ਯੂਨਿਟਾਂ ਦੇਣੀਆਂ ਨੇ, ਕਿਆ ਉੱਥੇ ਜਾ ਕੇ ਪਹਿਲਾਂ ਥਰਮਲ ਪਲਾਂਟ ਤੇ ਜਾ ਕੇ ਇੱਕ ਵਾਰ ਉਹ ਉੱਥੇ ਜਾ ਨਹੀਂ ਸਕਦੇ ਸੀ? ਜਿਵੇਂ ਸਕੂਲਾਂ 'ਚ ਆਏ ਸੀ, ਸਕੂਲ 'ਚ ਤਾਂ ਬੜੀ ਜਲਦੀ ਚਲੇ ਗਏ ਸੀ ਵੀ ਆ ਸਕੂਲ ਖਰਾਬ ਹੈ ਜੀ, ਹਸਪੀਟਲ ਖਰਾਬ ਹੈ ਜੀ। ਕਿਆ ਉੱਥੇ ਕੋਲ ਜਾ ਕੇ ਦੇਖਣਾ ਨਹੀਂ ਸੀਗਾ ਅਸੀਂ ਪਹਿਲਾਂ ਵੀ ਹਾਂ ਵੀ ਉੱਥੇ ਕੋਲ ਸਟਾਕ ਪਿਆ ਜਾਂ ਨਹੀਂ ਪਿਆ? ਪ੍ਰੋਮਿਸ ਤਾਂ ਐਡਾ ਵੱਡਾ ਕਰਤਾ। ਹੁਣ ਇਹਨਾਂ ਨੇ ਰੀਸੈਂਟਲੀ ਕਿਹਾ ਸੀ ਕਿ ਸਾਨੂੰ ਆਹ ਸਟਰਕਚਰ ਸਾਰਾ ਠੀਕ ਕਰਨ ਦੇ ਲਈ ਪੰਜਾਬ ਦੇ ਵਿੱਚ 3 ਤੋਂ 4 ਸਾਲ ਲੱਗਣਗੇ। ਜਿਵੇਂ ਦਿੱਲੀ 'ਚ ਕਿਹਾ ਸੀ, ਦਿੱਲੀ 'ਚ ਕਹਿੰਦੇ ਸੀ ਹਰ ਪਾਈਪ 'ਚ ਪਾਣੀ ਦੇਵਾਂਗੇ ਅਸੀਂ, ਠੀਕ ਆ। ਫਿਰ ਉੱਥੇ ਐਵੇਂ ਇਹਨਾਂ ਨੇ ਯਮੁਨਾ ਤੇ ਕਿਹਾ ਸੀ, ਹਰ ਵਕਤ ਇਹ ਟਾਈਮ ਮੰਗਦੇ ਨੇ। ਹੁਣ ਹਾਂਜੀ, ਉਦੋਂ 2014 ਤੋਂ ਸੀ, ਫਿਰ 17 'ਚ ਟਾਈਮ ਲੈ ਲਿਆ, ਫਿਰ ਹੁਣ ਰੀਸੈਂਟਲੀ 21 22 ਤੋਂ 25 ਤੱਕ ਟਾਈਮ ਲੈ ਲਿਆ। ਆਹੀ ਇਹਨਾਂ ਦਾ ਪਾਣੀ ਤੇ ਸਟੈਂਡ ਸੀ, ਠੀਕ ਹੈ ਜੀ। ਇਹਨਾਂ ਦਾ ਧਿਆਨ ਬੇਸਿਕਲੀ ਗੁਜਰਾਤ ਵਾਲਾ, ਇਹਨਾਂ ਦਾ ਧਿਆਨ ਬੇਸਿਕਲੀ ਹਿਮਾਚਲ ਵਾਲਾ। SYL ਤੇ ਬੇਬੁਨਿਆਦ ਉੱਥੇ ਜਾ ਕੇ ਬਿਆਨ ਦਿਖਾਉਂਦੇ ਨੇ ਆਪਣੇ MPs ਤੋਂ, ਹਰਿਆਣੇ ਅਸੀਂ ਪਾਣੀ ਦੇਵਾਂਗੇ, ਧਿਆਨ ਭਟਕਾਉਣ ਦੀਆਂ ਗੱਲਾਂ ਕਰ ਰਹੇ ਨੇ। ਰੀਸੈਂਟਲੀ ਮੈਂ ਮੁੱਦੇ ਤੇ ਰਹਿਣਾ ਚਾਹੁੰਦਾ ਹਾਂ, ਰੀਸੈਂਟਲੀ ਕੱਲ ਤੁਸੀਂ ਪਟਿਆਲਾ 'ਚ ਦੇਖਿਆ, ਮੇਰੀ ਹੋਮ ਟਾਊਨ ਦਾ, ਵੀ ਕੀ ਪਟਿਆਲਾ ਦਾ ਹਾਲ ਕੀ ਹੋਇਆ, ਠੀਕ ਹੈ ਜੀ। ਪਟਿਆਲਾ ਸਭ ਨੇ ਦੇਖਿਆ। ਚਲੋ ਗੱਲ ਦੀ ਕਰਨੇ, ਜਿਹੜੀ ਬੇਸਿਕਲੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਸੀਗਾ, ਇਹ ਪੁਆਇੰਟ ਦੀ ਗੱਲ ਆ।
ਜੇ ਆਪਾਂ 7000 ਮੈਟ੍ਰਿਕ ਟਨ ਕੋਲ ਦੀ ਲੋੜ ਹੁੰਦੀ ਹੈ, ਜੇ 3400 ਮੈਗਾਵਾਟ ਬਿਜਲੀ ਆਪਾਂ ਜਨਰੇਟ ਕਰਾਉਣੀ ਹੈ ਕਿਸੇ ਥਰਮਲ ਪਲਾਂਟ ਜੀ 50 ਲੱਖ ਜਿਹੜਾ ਹੈ ਆਪਣਾ ਗੁਰਪ੍ਰੀਤ ਜੀ ਕੰਜ਼ਿਊਮਰ ਹੈ ਪੰਜਾਬ ਦੇ ਵਿੱਚ ਸਿੱਧਾ ਸਿੱਧਾ, ਜੀ ਜਿਹਦੇ ਵਿੱਚ ਸਿੱਧਾ ਕੰਜ਼ਿਊਮਰ 50 ਲੱਖ ਕੰਜ਼ਿਊਮਰ ਹੈ ਲਗਭਗ। 50 ਲੱਖ ਕੰਜ਼ਿਊਮਰ ਆ, 3 ਕਰੋੜ ਦੀ ਆਬਾਦੀ ਹੈ। ਜੇ ਆਪਾਂ ਸਿੰਪਲ 50 ਲੱਖ ਹੋਏਗਾ, ਠੀਕ ਹੈ ਜੀ, ਸਿੰਪਲ ਲਾਈਏ 4 ਬੰਦੇ ਕੋ ਐਵਰੇਜ ਲਾਈਏ, ਐਵਰੇਜ ਕੱਢੀਏ, 50 ਲੱਖ ਕੰਜ਼ਿਊਮਰ ਹੈ। ਨਾਨ ਡੋਮੈਸਟਿਕ ਹੈ ਜਿਹੜਾ ਉਹ ਲਾ ਲਓ ਤੁਸੀਂ, ਤੇ ਡੋਮੈਸਟਿਕ ਲਾ ਲਓ, ਇੰਡਸਟਰੀਅਲ ਬਿਜਲੀ ਵੀ ਦੇਣੀ ਆਪਾਂ ਨੇ, ਠੀਕ ਹੈ। 25 ਲੱਖ ਦਾ ਜਿਹੜਾ ਡੋਮੈਸਟਿਕ ਮੀਟਰਾਂ ਨੂੰ ਦੇਣੀ ਆ ਆਪਾਂ ਨੇ, ਵਾਅਦਾ ਕਰਤਾ ਕਿ ਆਪਾਂ ਬਿਜਲੀ ਦੇਣੀ ਆ। ਬਿਜਲੀ ਕੰਜ਼ਿਊਮ ਕਿਵੇਂ ਕਰਨਗੇ? ਕਿਆ ਪਾਣੀ ਉੱਥੇ ਕੋਈ ਇੰਤਜ਼ਾਮ ਕਰਨਗੇ BBM ਤੇ ਜਾ ਕੇ, ਉੱਥੇ ਭਾਖੜਾ ਤੋਂ ਕੋਈ ਬਿਜਲੀ ਕੰਜ਼ਿਊਮ ਕਰਕੇ ਦੇਣਗੇ, ਜਾਂ ਕਿਤੋਂ ਬਾਹਰੋਂ ਖਰੀਦ ਕੇ ਦੇਣਗੇ? ਜਾਂ ਮੈਂ ਤਾਂ ਸਿੱਧਾ ਜਦੋਂ ਟੀਵੀ ਦੇ ਮਾਧਿਅਮ ਦੇਣਾ, ਮੈਨੂੰ ਤਾਂ ਇਹ ਵੀ ਸ਼ੱਕ ਆ ਕਿ ਪਤਾ ਬਾਅਦ ਚ ਕੋਈ ਗੱਲ ਨਿਕਲ ਕੇ ਆਉਣੀ ਹੈ ਕਿ ਬਿਜਲੀ ਕੀ ਪਤਾ ਦਿੱਲੀ ਉਪਚਾਈ ਜਾ ਰਹੀ ਹੋਵੇ। ਉੱਥੇ ਬੈਠੇ ਨੇ ਆਪਣੇ ਰਾਘਵ ਚੱਡਾ ਜੀ, ਉਹਨਾਂ ਨੂੰ ਪੁੱਛਿਆ ਜਾਵੇ ਕੋਈ ਆਫੀਸਰ ਤੋਂ, ਕੋਈ ਆਫੀਸ਼ੀਅਲ ਲੈਟਰ ਲਿਖੀ ਆ? ਆਪਾਂ ਕੋਲ ਲਿਮਟਿਡ ਦੀ ਗੱਲ ਕਰ ਰਹੇ ਆ ਬਹਿ ਕੇ ਟੀਵੀ ਤੇ, ਕਿਆ ਉਹਨਾਂ ਨੇ ਉਹਨਾਂ ਨੂੰ ਆਫੀਸ਼ੀਅਲ ਲੈਟਰ ਲਿਖ ਕੇ ਵੀ ਸਾਡੀ ਇੰਨੀ ਡਿਮਾਂਡ ਆ, ਅਸੀਂ ਕੱਲ ਨੂੰ ਕਿਸਾਨਾਂ ਨੂੰ ਬਿਜਲੀ ਦੇਣੀ ਆ? ਕੋਈ ਪਲਾਨ ਆ ਕਿ ਕੱਲ ਨੂੰ ਸਾਡੀ, ਠੀਕ ਆ, ਇੱਕ ਮੁੱਖ ਮੰਤਰੀ ਦਾ ਕੰਮ ਆ, ਬਿਜਲੀ ਮਹਿਕਮੇ ਦਾ ਕੰਮ ਆ ਕਿ ਸਾਡੇ ਸਿੱਧੇ ਪੂਰੇ ਦੇਸ਼ ਦੇ ਵਿੱਚ ਮੈਂ ਦੱਸ ਦਿੰਦਾ ਕਿ 15 ਕਰੋੜ ਕਿਸਾਨ, ਜੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਸਿੱਧਾ ਜਿਹੜਾ 20 ਲੱਖ ਜਿਹੜਾ ਪਰਿਵਾਰ ਆ ਉਹ ਕਿਸਾਨੀ ਨਾਲ ਜੁੜਿਆ ਹੋਇਆ। ਉਹਨਾਂ ਨੂੰ ਬਿਜਲੀ ਕਿਵੇਂ ਪ੍ਰੋਵਾਈਡ ਕਰਨਗੇ? ਉਹਨਾਂ ਨੇ ਕੱਲ ਨੂੰ ਆਪਣੇ ਅੱਗੇ ਪੈਡੀ ਸੀਜ਼ਨ ਆ ਰਿਹਾ, ਜੀਰੀਆਂ ਲਾਉਣੀਆਂ ਨੇ, ਠੀਕ ਆ। ਡੀਜ਼ਲ ਤੁਹਾਡੇ ਸਾਹਮਣੇ 100 ਰੁਪਏ ਰੇਟ ਹੋਇਆ ਹੈ। ਜੇ ਡੀਜ਼ਲ ਲੈ ਕੇ ਕੋਈ ਜ਼ਿਮੀਂਦਾਰ ਆਪਣੀ ਜੀਰੀ ਬੀਜੂਗਾ ਤਾਂ 3000 ਰੁਪਇਆ ਪ੍ਰਤੀ ਕਿੱਲਾ ਡੀਜ਼ਲ ਦਾ ਖਰਚ ਆਉਣਾ। ਉਹ 3000 ਰੁਪਏ ਉਹਦੇ ਖਰਚਾ ਆ ਜਾਣਾ। 1500 ਰੁਪਏ ਦਾ ਤੁਸੀਂ ਕਹਿਤਾ ਅੱਜ ਬੜੇ ਆਰਾਮ ਨਾਲ ਉਹਨੂੰ ਦੇ ਦਾਂਗੇ, 3000 ਰੁਪਏ ਤੋਂ ਲੈ ਕੇ 6000 ਰੁਪਏ ਦਾ ਉਹਦਾ ਖਰਚਾ ਆ ਜਾਣਾ। ਉਹਨੂੰ ਬਿਜਲੀ ਮਿਲਣੀ ਨਹੀਂ, ਲੇਬਰ ਪ੍ਰੋਵਾਈਡ ਹੋ ਜਾਣੀ ਹੈ। ਸਭ ਨੂੰ ਪਤਾ ਪੰਜਾਬ ਐਗਰੀਕਲਚਰ ਸਟੇਟ ਹੈ, ਲੇਬਰ ਨੇ ਆਉਣਾ ਯੂਪੀ ਤੋਂ, ਲੇਬਰ ਨੇ ਆ ਕੇ ਮੋਟਰਾਂ ਤੇ ਬਹਿ ਜਾਣਾ। ਉਹਨਾਂ ਨੇ ਤਾਂ ਕਹਿਣਾ ਜੀ ਸਾਨੂੰ ਲੇਬਰ ਦਿਓ, ਨਹੀਂ ਲੇਬਰ ਦਵਾਂਗੇ ਉਹ ਵੀ ਕਿਸਾਨ ਦੇ ਬਟਨ ਪਊਗਾ। ਇਹ ਸਾਰਾ ਤੁਸੀਂ ਆਪਾਂ ਕਹਿ ਦਿੰਦੇ ਆ, ਹਰੇਕ ਤੁਹਾਡਾ ਪ੍ਰਵਕਤਾ ਟੀਵੀ ਤੇ ਕਹਿੰਦਾ ਜੀ ਠੀਕ ਆ, ਵੀ ਹੈਵ ਅ ਬਲੂ ਪ੍ਰਿੰਟ, ਸਾਡੇ ਕੋਲੇ ਹੈਗਾ, ਹੈ ਕਿੱਥੇ? ਦਿਖਾਓ ਤਾਂ ਸਹੀ। ਤੁਹਾਡੇ ਮਾਨ ਸਾਹਿਬ ਦਿਖਾਉਣ, ਤੁਹਾਡਾ ਪਾਵਰ ਮਿਨਿਸਟਰ ਦਿਖਾਵੇ ਇਹ ਸਾਡਾ ਦਿਸ ਇਜ਼ ਦਾ ਬਲੂ ਪ੍ਰਿੰਟ, ਇਹਦੇ ਨਾਲ ਅਸੀਂ ਕੰਮ ਕਰਾਂਗੇ। ਗੱਲਾਂ ਨਾਲ ਕੁਝ ਨਹੀਂ ਹੋਣਾ। ਜਿਹੜੀ ਤੁਸੀਂ ਪੁਰਾਣੀ ਗੱਲ ਕਰਦੇ ਸੀ ਕਿ ਥਰਮਲ ਪਲਾਂਟ ਦੀ, ਸ਼ਰਮਾ ਜੀ ਇੱਕ ਮਿੰਟ ਸੁਣ, ਥਰਮਲ ਪਲਾਂਟ ਦੀ ਗੱਲ ਕਰਦੇ ਸੀ, ਉਹ PPA ਸੀਗੇ ਜਿਹੜੇ, ਉਹ 2007 ਤੋਂ ਲੈ ਕੇ 2017 ਦੀ ਸਰਕਾਰ ਸੀ, ਅਕਾਲੀ ਦਲ ਤੇ BJP ਦੀ ਜਿਹੜੀ ਗੱਠਜੋੜ ਦੀ ਸਰਕਾਰ ਸੀ, ਉਹ PPA ਉਸ ਟਾਈਮ ਹੀ ਡਿਜ਼ਾਈਨ ਹੋਏ, ਉਸ ਟਾਈਮ ਹੀ ਉਹ ਸਾਈਨ ਹੋਏ। ਉਹ PPA 25 ਸਾਲ ਦੇ ਐਗਰੀਮੈਂਟ ਇਸ ਗਵਰਨਮੈਂਟ ਨੇ ਕੀਤੇ ਨੇ। ਅਸੀਂ ਸਿੱਧੂ ਸਾਹਿਬ ਨੇ ਯਾਦ ਹੋਇਆ ਗੱਲ ਵੀ ਚੱਕੀ ਸੀ ਕਿ ਵਿਧਾਨ ਸਭਾ ਦੇ ਵਿੱਚ ਅਸੀਂ ਇਹ PPA ਰੱਦ ਕਰਕੇ ਨਵਾਂ ਕਾਨੂੰਨ ਬਣਾਵਾਂਗੇ। ਉਹ ਕੋਰਟ ਚਲੇ ਗਏ ਸੀ, ਜਦੋਂ PPA ਰੱਦ ਕਰੇ ਸੀ ਤਾਂ ਕੋਰਟ ਚਲੀ ਗਈ। ਤਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਫ੍ਰੀ ਬੀਜ ਦਾ ਲਾਰਾ ਪੰਜਾਬੀ ਨੂੰ ਲਾਇਆ। ਜਦੋਂ ਕਾਂਗਰਸ ਦੀ ਸਰਕਾਰ ਸੀ, ਅਸੀਂ 3 ਰੁਪਏ ਬਿਜਲੀ ਸਸਤੀ ਕੀਤੀ ਸੀ, ਪੈਟਰੋਲ 5 ਰੁਪਏ ਤੇ ਡੀਜ਼ਲ ਵੀ ਅਸੀਂ 10 ਰੁਪਏ ਸਸਤਾ ਕਰਿਆ ਸੀ। ਤੁਸੀਂ ਆਉਂਦੇ ਹੀ 3 ਰੁਪਏ ਬਿਜਲੀ ਵਧਾਈ ਹੈ। ਟੈਰਿਫ ਦੇ ਰੇਟ ਵਧੇ ਨੇ, ਨਵੇਂ ਬਿੱਲ ਚੱਕ ਕੇ ਦੇਖ ਲਓ, ਮੈਂ ਤੁਹਾਨੂੰ ਬਿੱਲ ਦੀ ਕਾਪੀ ਸ਼ਰਮਾ ਜੀ ਭੇਜ ਦੂੰਗਾ। ਨਵੇਂ ਟੈਰਿਫ ਦੇ ਬਿੱਲ ਦੇਖੋ, ਜਿਹੜੇ ਟੈਰਿਫ ਨੇ 3 ਰੁਪਏ ਵੱਧ ਕੇ ਬਿੱਲ ਆ ਰਹੇ ਨੇ ਲੋਕਾਂ ਦੇ। ਇਹ ਜਿਹੜਾ ਫ੍ਰੀ ਬੀਜ ਦਾ ਪ੍ਰੋਮਿਸ ਤੁਸੀਂ ਕੀਤਾ, ਰਾਜਸਥਾਨ ਦੀ ਗੱਲ ਠੀਕ ਹੈ, ਅਸੀਂ ਭਾਰਤ ਸਾਡਾ ਦੇਸ਼ ਹੈ, ਮੈਂ ਵੀ, ਅਸੀਂ ਸਾਰੇ ਭਾਰਤ ਦੇ ਦੇਸ਼ ਵਾਸੀ ਹਾਂ, ਠੀਕ ਹੈ। ਪਹਿਲਾਂ ਉਸ ਤੋਂ ਪਹਿਲਾਂ ਅਸੀਂ ਪੰਜਾਬੀ ਹਾਂ, ਵਾਅਦਾ ਪੰਜਾਬੀਆਂ ਨਾਲ ਕੀਤਾ, ਵੋਟ ਪੰਜਾਬੀਆਂ ਨੇ ਪਾਈ ਹੈ। ਰਾਜਸਥਾਨ 'ਚ ਭਾਵੇਂ ਸਾਡੀ ਸਰਕਾਰ ਆ, ਅਸੀਂ ਉੱਥੇ ਜਿਹੜੇ ਪ੍ਰੋਮਿਸ ਕੀਤੇ ਉਹ ਸਰਕਾਰ ਪੂਰਾ ਕਰੇਗੀ। ਤੁਸੀਂ ਪ੍ਰੋਮਿਸ ਕੀਤਾ ਪੰਜਾਬੀਆਂ ਨਾਲ, ਜਿਹੜਾ ਆਪਣਾ ਸਭ ਤੋਂ ਪਹਿਲਾਂ ਨਾ ਭਾਂਡਾ ਦਾ ਠੀਕਰਾ ਦੂਏ ਦੇ ਸਿਰ ਤੇ ਉਹਦਾ ਬੰਦ ਕਰੋ। ਸ਼ਸ਼ੀਵੀਰ ਸ਼ਰਮਾ ਜੀ, ਕੀ ਕੋਈ ਆਫੀਸ਼ੀਅਲੀ ਮੂਵਮੈਂਟ ਕੀ ਹੈਗੀ ਹੈ ਇਸ ਸੰਕਟ ਨੂੰ ਲੈ ਕੇ? ਹਜੇ ਤੱਕ ਦੀ ਕੀ ਲੇਟੈਸਟ ਅਪਡੇਟ ਕੀ ਹੈ ਗਵਰਨਮੈਂਟ ਵੱਲੋਂ? ਆਫੀਸ਼ੀਅਲੀ ਸਰ ਥਰਮਲ ਪਲਾਂਟਸ ਦੇ ਉੱਤੇ ਅੱਜ ਵੀ ਸਾਡੇ ਬਿਜਲੀ ਮੰਤਰੀ ਨੇ, ਜਿਹੜੇ ਪਾਵਰ ਮਿਨਿਸਟਰ ਨੇ, ਅੱਜ ਵੀ ਉਹਨਾਂ ਨੇ ਵਿਜ਼ਿਟ ਕੀਤਾ ਹੈ ਜੀ। ਮੈਂ ਆ ਗਿਆ ਅਮਿਤ ਜੀ, ਇਹ ਤੋਂ ਬਾਅਦ ਤੁਹਾਡੇ ਕੋਲ ਆਉਣਾ ਜੀ। ਮੈਂ ਅਮਿਤ ਜੀ ਵੱਲ ਵੀ ਆ ਰਿਹਾ ਵਾਂ। ਰਾਜਸਥਾਨ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਜੀ, BJP ਦੀ ਯੂਪੀ ਦੇ ਵਿੱਚ ਸਰਕਾਰ ਹੈ ਜੀ। ਯੂਪੀ ਦੀ ਤੇ ਰਾਜਸਥਾਨ ਦੀ ਜਿਹੜੀ ਇਲੈਕਟ੍ਰਿਸਿਟੀ ਦੀ ਸਥਿਤੀ ਹੈ, ਜਿਹੜੀ ਬੱਤੀ ਦੀ ਜਾਂ ਬਿਜਲੀ ਦੀ ਵਿਵਸਥਾ ਹੈ, ਪੰਜਾਬ ਨਾਲ ਬਹੁਤ ਜ਼ਿਆਦਾ ਬੁਰਾ ਹਾਲ ਹੈ ਉੱਥੇ। ਕਿਆ ਉੱਥੇ ਆਮ ਆਦਮੀ ਪਾਰਟੀ ਸਰਕਾਰ ਰਨ ਕਰ ਰਹੀ ਹੈ? ਪਹਿਲੀ ਗੱਲ। ਦੂਸਰੀ ਗੱਲ, ਅਗਰ ਦੇਖਣਗੇ ਕਿ BJP ਦੀ ਰੂਲਿੰਗ ਸਟੇਟ, ਮੈਂ ਆ ਰਿਹਾ ਜੀ ਪ੍ਰਦੀਪ ਜੀ, ਤੁਹਾਡੇ ਆ ਰਿਹਾ, ਉੱਤੇ ਆ ਰਿਹਾ, ਰੂਲਿੰਗ ਸਟੇਟ BJP ਜਿੱਥੇ ਵੀ ਕਰ ਰਹੀ ਹੈ, ਸੈਂਟਰ ਦੇ ਵਿੱਚ ਮੈਂ ਤੁਹਾਨੂੰ ਕਹਿ ਰਿਹਾ ਕਿ ਬਾਰ-ਬਾਰ ਇਹਦੇ ਵਿੱਚ ਇਹਦਾ ਆਪਾਂ ਨੂੰ ਪੱਕਾ ਹੱਲ ਕੱਢਣਾ ਪਊਗਾ। ਜਦੋਂ ਤੱਕ ਇਹਦਾ ਪੱਕਾ ਹੱਲ ਨਹੀਂ ਨਿਕਲਦਾ, ਕਿਉਂਕਿ ਜਦੋਂ ਵੀ ਗਰਮੀਆਂ ਆਉਂਦੀਆਂ ਮੈਂ ਬਿਜਲੀ ਦੀ ਖਪਤ ਆਲਮੋਸਟ 40% ਵੱਧ ਜਾਂਦੀ ਹੈ। 40% ਵਧਣ ਦੇ ਨਾਲ ਉਹਨੂੰ ਉਸ ਚੀਜ਼ ਨੂੰ ਟੈਕਲ ਕਰਨ ਵਾਸਤੇ ਹਰ ਵਾਰ ਇਸ ਦੇ ਥੋੜੇ ਬਹੁਤੇ ਕੱਟ ਲੱਗਦੇ ਨੇ। ਬਟ ਮੈਂ ਤੁਹਾਨੂੰ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਦੀ ਗੱਲ ਕਰ ਰਿਹਾ ਕਿ ਅਸੀਂ ਇਹਦੇ ਤੇ ਆਲਰੇਡੀ ਵਰਕ ਕਰ ਰਹੇ ਹਾਂ। ਸਾਡੇ ਪਾਵਰ ਮਿਨਿਸਟਰ ਨੇ ਅੱਜ ਵੀ ਥਰਮਲ ਪਲਾਂਟ ਵਿਜ਼ਿਟ ਕੀਤਾ ਹੈ, ਕੱਲ ਵੀ ਥਰਮਲ ਪਲਾਂਟ ਵਿਜ਼ਿਟ ਕੀਤਾ ਸੀਗਾ। ਅਸੀਂ ਉਹ ਹਰ ਚੀਜ਼ ਨੂੰ ਪ੍ਰੋਪਰ ਮੋਨੀਟਰ ਕਰ ਰਹੇ ਹਾਂ, ਉਹਦੇ ਤੇ ਵਰਕਿੰਗ ਕਰ ਰਹੇ ਹਾਂ। ਜਿਹੜੀ ਵੀ ਕੋਈ ਕਮੀ ਪੇਸ਼ੀ ਹੋਏਗੀ ਆਪਾਂ ਇਹਨੂੰ ਪ੍ਰੋਪਰ ਤਰੀਕੇ ਨਾਲ ਕੰਪਲੀਟ ਕਰਾਂਗੇ, ਕਿਉਂਕਿ ਸਾਨੂੰ ਇੰਡਸਟਰੀ ਵੀ ਚਾਹੀਦੀ ਹੈ, ਇੱਥੇ ਸਾਨੂੰ ਸਰਪਲਸ ਬਿਜਲੀ ਵੀ ਚਾਹੀਦੀ ਹੈ। ਹੁਣ ਜਿਹੜੀ ਗੱਲ ਕਰ ਰਹੇ ਨੇ ਕਿ BJP ਦੀ ਸਰਕਾਰ ਜਾਂ ਰੂਲਿੰਗ ਸਟੇਟਸ ਨੇ, ਕਿਆ ਉੱਥੇ ਕਮੀ ਜਿਹੜੀ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਕਰਕੇ ਆ ਰਹੀ ਹੈ?
ਕਿਆ ਰਾਜਸਥਾਨ ਦੇ ਵਿੱਚ ਤੁਸੀਂ 12 ਘੰਟੇ ਕੱਟ ਕਰ ਰਹੇ ਹੋ, ਰਾਜਸਥਾਨ 'ਚ 3-3 ਘੰਟੇ ਬਿਜਲੀ ਆ ਰਹੀ ਹੈ ਜੀ, 3 ਤੋਂ 4 ਘੰਟੇ ਪਿੰਡਾਂ ਦੇ ਵਿੱਚ। ਯੂਪੀ ਦੇ ਵਿੱਚ 4 ਤੋਂ 5 ਘੰਟੇ ਬਿਜਲੀ ਆ ਰਹੀ ਹੈ। ਕੀ ਉਹਦੇ ਤੇ ਉੱਥੇ ਆਮ ਆਦਮੀ ਪਾਰਟੀ ਰੂਲ ਕਰ ਰਹੀ ਹੈ ਜੀ? ਉਹਦੇ ਤੇ ਬੇਸਿਕ ਪੰਜਾਬ ਦੇ ਵਿੱਚ ਸੈਂਟਰਲ ਗਵਰਨਮੈਂਟ ਬੁਰੀ ਤਰ੍ਹਾਂ ਫੇਲ ਹੋਈ ਹੈ ਕੋਲ ਦੀ ਸਪਲਾਈ ਕਰਨ ਦੇ ਵਿੱਚ। ਸੈਂਟਰਲ ਗਵਰਨਮੈਂਟ ਨੇ 2000 ਸੈਂਟਰਲ ਗਵਰਨਮੈਂਟ ਤੇ ਕਹਿ ਰਹੀ ਹੈ ਕਿ ਸਟੇਟਾਂ ਦਾ ਬਕਾਇਆ ਨਹੀਂ ਹੈ, ਇਸ ਗੱਲ ਕਰਕੇ ਕੋਲ ਇੰਡੀਆ ਨੇ ਰੋਕ ਰੱਖਿਆ ਆਲਰੇਡੀ। ਸੈਂਟਰਲ ਗਵਰਨਮੈਂਟ ਤਾਂ ਕਹਿ ਰਹੀ ਹੈ ਕਿ ਅਸੀਂ ਵਾਰਨਿੰਗ ਤੱਕ ਦਿੱਤੀ ਹੈ। ਗੁਰਪ੍ਰੀਤ ਜੀ, ਕੋਲ ਇੰਡੀਆ ਦੀ ਆਫੀਸ਼ੀਅਲ ਸਟੇਟਮੈਂਟ ਹੈ ਕਿ ਸਾਡੇ ਕੋਲ ਜਿਹੜੀ ਪ੍ਰੋਡਕਸ਼ਨ ਹੈ ਘਟੀ ਹੈ, ਸਾਡੇ ਕੋਲ ਸਟਾਕ ਘੱਟ ਹੈ। 9 ਸਾਲਾਂ ਦੇ ਵਿੱਚ ਸਭ ਤੋਂ ਲੋਐਸਟ ਸਟਾਕ ਹੈ ਜੀ। ਮੈਂ ਤੁਹਾਨੂੰ ਆਲਰੇਡੀ ਕਹਿ ਰਿਹਾ, ਤੁਸੀਂ ਆਨਲਾਈਨ ਵੀ ਸਰਚ ਕਰ ਸਕਦੇ ਹੋ। ਜੀ ਤੁਸੀਂ ਪਹਿਲਾਂ ਵੀ ਦੱਸਿਆ ਜੀ। 9 ਸਾਲਾਂ ਦਾ ਲੋਐਸਟ ਸਟਾਕ ਹੈ। ਸੈਂਟਰ ਗਵਰਨਮੈਂਟ ਨੇ ਸੀਐਮਟੀ ਦੀ ਜਿਹੜੀ ਰਿਪੋਰਟ ਸੀਗੀ ਉਹਨੂੰ ਸੀਰੀਅਸਲੀ ਨਹੀਂ ਲਿੱਤਾ। ਅਕਤੂਬਰ ਤੋਂ ਲੈ ਕੇ ਹੁਣ ਤੱਕ ਮੈਂ ਤੁਹਾਨੂੰ ਕਹਿ ਰਿਹਾ ਕਿ ਇਹਨਾਂ ਦੀ ਆਪਦੀ, ਕਿਉਂਕਿ ਸੈਂਟਰ ਗਵਰਨਮੈਂਟ ਨੇ ਨਾ ਹੀ ਇਹਨਾਂ ਨੇ ਅਰਥ ਵਿਵਸਥਾ ਦਾ ਬੇੜਾ ਗਰਕ ਕਰਕੇ ਰੱਖਿਆ। ਪੈਟਰੋਲ ਪ੍ਰਾਈਸਿਸ ਬਹੁਤ ਹਾਈ ਹੋਏ ਪਏ ਨੇ। ਹੁਣ ਇਹਨਾਂ ਦਾ ਕੀ ਸਟੇਟ ਦੇ ਉੱਪਰ ਬੜੀ ਈਜ਼ੀਲੀ ਠੀਕ ਹੈ ਸ਼ਸ਼ੀ ਵੀਰ ਜੀ, ਮੈਂ ਅਮਿਤ ਅਰੋੜਾ ਜੀ ਕੋਲ ਇਸ ਦਾ ਰਿਐਕਸ਼ਨ ਲੈਣਾ ਜੀ। ਅਮਿਤ ਅਰੋੜਾ ਜੀ, ਯੂਪੀ 'ਚ ਕਿੰਨੇ ਘੰਟੇ ਬੱਤੀ ਆ ਰਹੀ ਹੈ? ਪੰਜਾਬ ਦੀ ਗੱਲ ਕਰੋ ਸਰ, ਯੂਪੀ ਦਾ ਠੀਕ ਹੈ। ਪ੍ਰਦੀਪ ਜੀ, ਅਮਿਤ ਅਰੋੜਾ ਜੀ ਕੋ ਰਿਐਕਸ਼ਨ ਲੈ ਲਈ। ਯੂਪੀ ਦਾ ਕੋਈ ਅਫੀਸ਼ੀਅਲ ਰਿਕਾਰਡ ਆ, ਗੱਲ ਆਪਾਂ ਪੰਜਾਬ ਦੀ ਕਰੀਏ। ਅੱਜ ਵਿਸ਼ੇ ਜਿਹੜਾ ਵਾ ਅੱਜ ਦੀ ਡਿਬੇਟ ਦਾ ਉਹ ਪੰਜਾਬ ਹੈ। ਮੈਨੂੰ ਇੱਕ ਗੱਲ ਦੱਸੋ, ਤੁਸੀਂ ਦੱਸੋ ਕਿੰਨੇ ਕੋਲੇ ਦੀ ਡਿਮਾਂਡ ਕੀਤੀ ਪੰਜਾਬ ਸਰਕਾਰ ਨੇ ਕੇਂਦਰ ਕੋਲੋਂ? ਕਿੰਨੇ ਤੁਸੀਂ ਪੈਸੇ ਜਮ੍ਹਾਂ ਕਰਾਏ ਕੇਂਦਰ ਸਰਕਾਰ ਨੂੰ? ਤੁਹਾਡੇ ਕੋਲ ਰਿਕਾਰਡ ਹੈਗਾ ਕੋਈ? ਐਵੇਂ ਵਿਹਲੀਆਂ ਮਾਰੀ ਜਾਣੀਆਂ ਬਹਿ ਕੇ ਜੀ। ਸ਼ਸ਼ੀ ਵੀਰ ਜੀ, ਕਿੰਨੀ ਡਿਮਾਂਡ ਕੀਤੀ ਹੈ ਜੀ? ਮੇਰੀ ਗੱਲ ਪੂਰੀ ਹੋ ਲੈਂਦੇ ਹੋ। ਦੇਖੋ, ਇਹਨਾਂ ਦੀ ਆਦਤ ਹੈ ਜਾਂ ਪੁਰਾਣੀ ਸਰਕਾਰ ਦੇ ਉੱਤੇ ਭਾਂਡਾ ਫੋੜਨਗੇ ਜਾਂ ਕੇਂਦਰ ਦੀ ਸਰਕਾਰ ਦੇ ਫੋੜਨਗੇ। ਰਹਿੰਦਾ ਖੂੰਦਾ ਜਦੋਂ ਉਹ ਨਹੀਂ ਚੱਲੀ, ਇਹਨਾਂ ਨੇ ਇੰਦਰ ਦੇਵਤਾ ਦੇ ਭਾਂਡਾ ਫੋੜਦਾ। ਤੇ ਲੋ ਜੀ, ਪਹਿਲੀ ਵਾਰੀ 127 ਸਾਲਾਂ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਪਈ। ਤੁਹਾਡੀ ਉਮਰ 30 ਸਾਲ ਦੀ ਨਹੀਂ ਹੋਣੀ। 122 ਸਾਲ ਅੰਕੜੇ ਸਹੀ ਕਰ ਲਈ। 122 ਸਾਲ ਦੀ ਚੈੱਕ ਕਰ ਲਿਓ ਤੁਸੀਂ। ਜੀ ਤੁਸੀਂ ਆਣਾ 122 ਸਾਲ ਦਾ ਪਤਾ ਨਹੀਂ ਕਿੱਥੋਂ ਰਿਕਾਰਡ ਲੈਣ ਦਾ। ਤੁਸੀਂ ਯੂਪੀ ਦਾ ਰਿਕਾਰਡ ਪਤਾ ਨਹੀਂ ਕਿੱਥੋਂ ਸਾਡਾ ਨਹੀਂ, ਤੁਹਾਡੇ ਸੈਂਟਰ ਗਵਰਨਮੈਟ ਤੁਸੀਂ ਮੈਨੂੰ ਇੱਕ ਸਾਲ ਦਾ ਤੁਸੀਂ ਆਪਣੀ ਰਿਪੋਰਟ ਜਮ੍ਹਾਂ ਕਰਾਏ। ਤੁਸੀਂ ਕੋਲਾ ਲੈਣ ਵਾਸਤੇ ਐਡਵਾਂਸ ਸਟਾਕ ਰੱਖਣ ਲਈ ਪੈਸੇ ਕਿੰਨਾ ਜਮ੍ਹਾਂ ਕਰਾਏ ਕੇਂਦਰ ਸਰਕਾਰ ਕੋਲ? ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ। ਮੈਂ ਤੁਹਾਨੂੰ ਜਵਾਬ ਦੇ ਰਹੀ। ਇੱਕ ਮਿੰਟ ਪਹਿਲੀ ਵਾਰੀ ਇੰਟਰਸਟਿੰਗ ਥਿੰਗ ਹੋ ਰਹੀ ਹੈ ਕਿ ਬੀਜੇਪੀ ਨੂੰ ਕਾਂਗਰਸ ਪ੍ਰੋਟੈਕਟ ਕਰ ਰਹੀ, ਕਾਂਗਰਸ ਨੂੰ ਬੀਜੇਪੀ ਪ੍ਰੋਟੈਕਟ ਕਰ ਰਹੀ ਹੈ। ਦੋਵਾਂ ਦੇ ਇੱਕੋ ਇੱਕ ਸੈਂਟਰ ਕਰ ਰਹੇ। ਪੰਜਾਬ ਦੀ ਗੱਲ ਕਰ ਰਹੇ ਆ, ਪੰਜਾਬ ਦੀ ਗੱਲ ਕਰ ਰਹੇ ਆ। ਪੰਜਾਬ ਦੀ ਗੱਲ ਤੁਸੀਂ ਜਿੰਨੀ ਕਰਨੀ ਹੈ ਸਰ, ਕਾਂਗਰਸ ਦਾ ਤੁਸੀਂ ਰਾਜਸਥਾਨ 'ਚ ਵੀ ਰੂਲ ਕਰ ਰਹੇ ਹੋ, ਯੂਪੀ 'ਚ ਵੀ ਰੂਲ ਕਰ ਰਹੇ ਨੇ। ਬਹੁਤ ਬੁਰਾ ਹਾਲ ਹੈ ਇਲੈਕਟ੍ਰਿਸਿਟੀ ਦਾ ਉੱਥੇ, ਬਟ ਆਪਾਂ ਇਸ ਚੀਜ਼ ਨੂੰ ਡਿਫੈਂਸ ਨਹੀਂ ਲੈ ਰਹੇ। ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਿ ਪੰਜਾਬ ਸਰਕਾਰ ਬਿਲਕੁਲ ਸੀਰੀਅਸ ਹੈ। ਇਸ ਦਾ ਪੱਕਾ ਹੱਲ ਕੱਢਿਆ ਜਾਏਗਾ। ਸਰਪਲਸ ਇਲੈਕਟ੍ਰਿਸਿਟੀ ਹੋਏਗੀ, ਚੰਗੀ ਪੰਜਾਬ ਨੂੰ ਬਿਹਤਰ ਬਣਾਵਾਂਗੇ। ਠੀਕ, ਪਿਛਲੇ 15 ਸਾਲਾਂ ਦੱਸੋ ਇੱਕ ਦਿਨ ਵੀ ਕੱਟ ਲੱਗਾ ਹੋਵੇ? ਸ਼ਸ਼ੀ ਵੀਰ ਜੀ ਕਿੰਨੀ ਡਿਮਾਂਡ ਕੀਤੀ ਹੈ? ਕੁਝ ਹੈ ਫੈਕਟਸ ਐਂਡ ਰਿਕਾਰਡਸ ਕਿ ਕਿੰਨੀ ਡਿਮਾਂਡ ਚਾਹੀਦੀ ਹੈ ਕੋਲੇ ਦੇ ਵਿੱਚ? ਹੋਰ ਸਰ, ਮੈਂ ਡਿਮਾਂਡਸ ਤੋਂ ਪਹਿਲਾਂ ਦੱਸ ਰਿਹਾ ਕਿ ਕੋਲ ਇੰਡੀਆ ਲਿਮਟਿਡ ਦੀ ਆਫੀਸ਼ੀਅਲ ਸਟੇਟਮੈਂਟ ਹੈ ਸਰ। ਮੈਂ ਤੁਹਾਨੂੰ ਅੱਜ ਦੀ ਸ਼ਾਰਟੇਜ ਤਾਂ ਹੈਗੀ ਹੈ, ਠੀਕ ਹੈ। ਪੰਜਾਬ ਨੇ ਵੈਸੇ ਡਿਮਾਂਡ ਕੋਲ ਰੱਖੀ ਹੈ ਕੋਲੇ ਦੀ। ਮੈਂ ਇੱਕ ਮਿੰਟ ਜਵਾਬ ਲੈ ਲਈਏ ਜੀ, ਜਵਾਬ ਲੈ ਲਈਏ ਸ਼ਸ਼ੀ ਵੀਰ ਜੀ ਕੋਲ। ਸ਼ਸ਼ੀ ਵੀਰ ਜੀ, ਕੋਈ ਡਿਮਾਂਡ ਰੱਖੀ ਹੈ ਕੋਲੇ ਦੀ? ਸਰ, ਕੋਲੇ ਦੀ ਬਿਲਕੁਲ ਜਿਹੜੀ ਪ੍ਰੋਪਰ ਜਿਹੜੀ ਸਾਨੂੰ ਰਿਕੁਆਇਰਮੈਂਟ ਹੈ ਉਹਦੀ ਡਿਮਾਂਡ ਪ੍ਰੋਪਰ ਰੱਖੀ ਗਈ ਹੈ ਸੈਂਟਰ ਗਵਰਨਮੈਂਟ ਦੇ ਕੋਲ। ਸੈਂਟਰ ਗਵਰਨਮੈਂਟ ਦੇ ਕੋਲ ਇੰਡੀਆ ਲਿਮਟਿਡ ਸੋਲ ਸਪਲਾਇਰ ਹੈ ਪੂਰੇ ਹਿੰਦੁਸਤਾਨ ਦੇ ਵਿੱਚ। ਬਾਕੀ ਸਟੇਟਾਂ ਨੂੰ ਉਹਦੇ ਕੋਲ ਬੇਸਿਕਲੀ ਕੀ ਹੁੰਦਾ 17.4 ਮੈਟ੍ਰਿਕ ਟਨ ਦੇ ਆਸ-ਪਾਸ ਹੁਣ ਜਿਹੜੀ ਕੋਲ ਦੀ ਸਪਲਾਈ ਮੰਗੀ ਜਾਂਦੀ ਹੈ। ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਹੁਣ ਆਫੀਸ਼ੀਅਲੀ ਕੀ ਹੋ ਰਿਹਾ। ਮੈਂ ਤੁਹਾਨੂੰ ਦੱਸਦਾ ਸਪਲਾਈ ਇਹਨਾਂ ਦੇ ਕੋਲ ਪੂਰੀ ਨਹੀਂ ਹੈ। ਉਹ ਆਫੀਸ਼ੀਅਲੀ ਸਟੇਟਮੈਂਟ ਦੇ ਚੁੱਕੇ ਆ। ਸੀਐਮਟੀ ਦੀ ਰਿਪੋਰਟ ਦੇ ਬਾਵਜੂਦ ਵੀ ਸੈਂਟਰ ਗਵਰਨਮੈਂਟ ਨੇ ਕੁਝ ਨਹੀਂ ਕੀਤਾ। ਸੈਂਟਰ ਗਵਰਨਮੈਂਟ ਆਪਣਾ ਭਾਂਡਾ ਸਟੇਟ ਦੇ ਸੁੱਟ ਰਹੀ ਹੈ। ਮੈਂ ਤੁਹਾਨੂੰ ਦੁਬਾਰਾ ਕਹਿ ਰਿਹਾ ਕਿ ਪੰਜਾਬ ਸਰਕਾਰ ਇਸ ਚੀਜ਼ ਦਾ ਹੱਲ ਪਰਮਾਨੈਂਟ ਹੱਲ ਕੱਢੇਗੀ। ਅਸੀਂ ਭੱਜ ਨਹੀਂ ਰਹੇ, ਅਸੀਂ ਸਰਕਾਰ ਰਨ ਕਰਨੀ ਹੈ। ਤੁਸੀਂ ਆਪਣਾ ਯੂਪੀ ਵੀ ਚੈੱਕ ਕਰ ਲਿਓ, ਤੁਸੀਂ ਆਪਣਾ ਰਾਜਸਥਾਨ ਵੀ ਚੈੱਕ ਕਰ ਲਿਓ। ਪਲੀਜ਼ ਇਕੱਠੇ ਹੋ ਕੇ ਇਸ ਚੀਜ਼ ਨੂੰ ਫੈਕਟ ਵੀ ਚੈੱਕ ਕਰ ਲੈਣਾ। ਠੀਕ ਹੈ। ਲਾਸਟ ਰਿਐਕਸ਼ਨ ਅਮਿਤ ਅਰੋੜਾ ਜੀ, ਲਾਸਟ ਰਿਐਕਸ਼ਨ। ਦੇਖੋ ਜੀ, ਮੈਂ ਬਾਰ-ਬਾਰ ਪੁੱਛ ਰਿਹਾ, ਇਹਨਾਂ ਨੇ ਤੁਹਾਨੂੰ ਜਵਾਬ ਨਹੀਂ ਦਿੱਤਾ ਕਿ ਇਹਨਾਂ ਨੇ ਐਡਵਾਂਸ ਪੇਮੈਂਟ ਕਿੰਨੀ ਜਮ੍ਹਾਂ ਕਰਾਈ ਹੈ ਕੋਲਾ ਲੈਣ ਵਾਸਤੇ। ਕੋਈ ਰਿਕਾਰਡ ਨਹੀਂ, ਕੋਈ ਵਿਜ਼ਨ ਨਹੀਂ ਹੈ ਸਰਕਾਰ ਦੇ ਕੋਲ। ਔਰ ਇਹ ਜਿਹੜੀ ਗੱਲ ਬਾਰ-ਬਾਰ ਕਰ ਰਹੇ ਆ ਕਿ ਗਰਮੀਆਂ ਦੇ ਵਿੱਚ ਹਰ ਵਾਰੀ 40% ਕੱਟ ਲੱਗਦਾ। ਤੁਸੀਂ ਮੈਨੂੰ ਪਿਛਲੇ 15 ਸਾਲਾਂ ਦਾ ਇੱਕ ਦਿਨ ਵੀ ਦੱਸ ਦਿਓ ਕਿ ਕੱਟ ਲੱਗਿਆ ਹੋਵੇ। 10 ਸਾਲ ਅਕਾਲੀ ਬੀਜੇਪੀ ਦੀ ਸਰਕਾਰ ਔਰ 5 ਸਾਲ ਕਾਂਗਰਸ ਦੀ ਸਰਕਾਰ, ਇੱਕ ਦਿਨ ਵੀ ਕੱਟ ਲੱਗਾ ਹੋਵੇ? ਮੈਨੂੰ ਦੱਸ ਦਿਓ 15 ਸਾਲਾਂ ਦਾ ਰਿਕਾਰਡ ਦੱਸ ਦਿਓ। ਤੁਸੀਂ ਤਾਂ 122 ਸਾਲਾਂ ਦੇ ਪਹੁੰਚ ਗਏ।
ਜੀ ਮਤਲਬ ਬੀਜੇਪੀ ਇਸ ਵਾਰ ਕਾਂਗਰਸ ਨੂੰ ਵੀ ਡਿਫੈਂਡ ਕਰ ਰਹੀ ਹੈ ਵੀ ਕਾਂਗਰਸ ਦੀ ਸਰਕਾਰ ਵੇਲੇ ਵੀ ਜੀ, ਕੱਟ ਜੀ। ਨਹੀਂ ਲੱਗੇ। 1500 ਨਹੀਂ ਲੱਗੇ, ਤੁਸੀਂ ਮੈਨੂੰ ਦੱਸੋ, ਲਿਆਓ ਰਿਕਾਰਡ ਲਿਆਓ। ਠੀਕ ਹੈ ਤੁਹਾਡੇ ਨਾਲ ਜੀ, ਪੱਲੇ ਹੀ ਕੱਖ ਨਹੀਂ ਹੈ, ਤੁਹਾਡੇ ਕੋਲ ਰਿਕਾਰਡ ਹੀ ਕੁਝ ਨਹੀਂ ਹੈਗਾ। ਦੇਖੋ। ਮੈਂ ਕਹਿੰਦਾ ਚੈਲੰਜ ਕਰਦਾ ਤੁਹਾਨੂੰ ਚੈਨਲ ਤੇ, ਮੈਨੂੰ 15 ਸਾਲਾਂ ਦਾ ਰਿਕਾਰਡ ਲਿਆਓਗੇ, ਇੱਕ ਦਿਨ ਵੀ ਕੱਟ ਲੱਗਾ ਹੋਵੇ। ਠੀਕ ਹੈ ਹਾਂ 2002 ਤੋਂ 2007 ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਸੀ, ਉਦੋਂ ਕੱਟ ਲੱਗਦੇ ਸੀ ਲੰਬੇ ਲੰਬੇ। ਜੀ ਜਿਹੜੀ ਗੱਲ ਮੰਨਣ ਵਾਲੀ ਹੈ ਮੰਨਣ ਵਾਲੀ ਹੈ। ਜੀ ਪ੍ਰਦੀਪ ਮਾਨ ਜੀ ਲਾਸਟ ਰਿਐਕਸ਼ਨ। ਗੁਰਪ੍ਰੀਤ ਜੀ ਦੇਖੋ ਸਿੱਧੀ ਸਿੱਧੀ ਗੱਲ ਹੈ, ਗੱਲ ਕਰ ਰਹੇ ਹਾਂ ਰਾਜਸਥਾਨ ਦੀ, ਆਪਾਂ ਪੰਜਾਬ ਕਰੀਏ, ਇਹਨਾਂ ਨੂੰ ਮੈਂ ਕਹੂੰਗਾ ਪੰਜਾਬ ਦੀ ਗੱਲ ਕਰੀਏ। ਕੰਮ ਜਿਹੜੀ ਮੇਨ ਗੱਲ ਹੈ ਨਾ, ਫੋਕਸ ਉਹ ਕੰਮ ਹੋਣਾ ਨਾ ਪੀਪੀਏ ਤੇ, ਜਿਹੜੇ ਪ੍ਰਾਈਵੇਟ ਪਾਵਰ ਐਗਰੀਮੈਂਟ ਸੀ ਨਾ, ਉਹਨਾਂ ਦਾ ਕੀ ਉਹਦੇ ਐਗਰੀਮੈਂਟਸ ਹੋਏ ਹੋਏ ਨੇ, ਉਹਨਾਂ ਦੇ ਐਗਰੀਮੈਂਟਸ ਨੂੰ ਪੜ੍ਹਨ ਪਹਿਲਾਂ ਤਾਂ ਜਿਹੜੇ ਪਿਛਲੀ ਸਰਕਾਰਾਂ ਨੇ ਕਰੇ ਨੇ ਉਹਦੇ ਰੋਪ ਪ੍ਰਤੀ ਆਪਣਾ ਨਾਮ 100% ਜਦੋਂ ਉਤਪਾਦਨ ਕਰਦੇ ਨੇ ਤਾਂ ਉਹਨਾਂ ਨੂੰ ਫਿਕਸਡ ਜਿਹੜੀ ਅਮਾਉਂਟ ਆ ਉਹ ਦੇਣੀ ਪੈਂਦੀ ਹੈ ਪੀਪੀਏ ਨੂੰ, ਪੰਜਾਬ ਗਵਰਨਮੈਂਟ। ਠੀਕ ਹੈ ਜੀ। ਬਾਕੀ ਜਿਹੜੇ ਅਦਰ ਸਟੇਟਸ ਦੇ ਐਗਰੀਮੈਂਟਸ ਨੇ ਗੁਰਪ੍ਰੀਤ ਇੱਕ ਮਿੰਟ, ਉਹਨਾਂ ਨੂੰ ਕੀ ਹੁੰਦਾ, ਉਹ 80% ਤੱਕ ਹੈ ਜਿਹੜੀ ਉਹ ਨਹੀਂ ਦਿੰਦੇ, ਉਹਨਾਂ ਨੂੰ 20% ਪਹਿਲਾਂ ਦਿੰਦੇ ਨੇ, ਉਹਨਾਂ ਨੂੰ ਫਿਕਸ ਇਹਨਾਂ ਦੇ ਤਾਂ ਉਹਦੇ ਕੰਮ ਕਰਦੇ। ਮਤਲਬ ਕਿ ਅਕੋਰਡਿੰਗ ਟੂ ਪੀਪੀਏ ਐਗਰੀਮੈਂਟ ਦੇ ਹਿਸਾਬ ਨਾਲ ਹੈ। ਪੀਪੀਏ ਐਗਰੀਮੈਂਟ ਖਾਲੀ ਬੀਜੇਪੀ ਗਵਰਨਮੈਂਟ ਵੇਲੇ ਹੋਏ ਸੀ, ਸਰਕਾਰ ਤੁਹਾਡੀ ਰਹੀ ਹੈ, ਰੱਦ ਕਿਉਂ ਨਹੀਂ ਕਰ ਦਿੱਤੇ ਗਏ? ਸਿੱਧੂ ਸਾਹਿਬ ਨੇ ਦੇਖੋ ਉਹ ਕੋਰਟ ਚਲੇ ਗਏ ਸੀ, ਉਹ 25 ਸਾਲ ਦੇ ਐਗਰੀਮੈਂਟ ਹੋਏ ਨੇ। ਸਿੱਧੂ ਸਾਹਿਬ ਨੇ ਉਹਦੀ ਆਵਾਜ਼ ਵੀ ਉਠਾਈ ਸੀ, ਮੈਂ ਤੁਹਾਨੂੰ ਵੀ ਦੱਸ ਦਿੰਦਾ, ਕਾਂਗਰਸ ਪਾਰਟੀ ਨੇ ਗੱਲ ਵੀ ਉਠਾਈ ਸੀ। ਪਰ ਆਪਾਂ ਹੁਣ ਪਿੱਛੇ ਰੋਪ ਪ੍ਰਤੀਰੋਪ ਦੀ ਗੱਲ ਹੈ ਵੀ ਮੈਂ ਤੁਹਾਨੂੰ ਗੱਲ ਕਲੀਅਰ ਕਰਾਂ, ਜਿੰਨੀ ਦੇਰ ਤੱਕ ਪੰਜਾਬ ਦੀ ਗਵਰਨਮੈਂਟ ਰਹੀ ਹੈ ਅਸੀਂ ਲੋਕਾਂ ਨੂੰ ਬਿਜਲੀ ਮੁਹੱਈਆ ਕਰਾਈ ਹੈ, ਲੋਕਾਂ ਨੂੰ ਬਿਜਲੀ ਤੋਂ ਪਰੇਸ਼ਾਨ ਨਹੀਂ ਹੋ ਰਹੀ ਹੈ, ਜਿੱਦਾਂ ਚਾਹੇ ਉਹ ਡੋਮੈਸਟਿਕ ਸੀ, ਨਾਨ ਡੋਮੈਸਟਿਕ ਸੀ, ਚਾਹੇ ਉਹ ਕਿਸਾਨ ਸੀ, ਚਾਹੇ ਉਹ ਕਾਰੋਬਾਰੀ ਸੀ, ਅਸੀਂ ਬਿਜਲੀ ਉਹਨਾਂ ਨੂੰ ਮੁਹੱਈਆ ਕਰਾਈ ਹੈ। ਜਿਹੜੀ ਗੱਲ ਇਹ ਹੈ ਕਿ ਇਹਨਾਂ ਨੇ ਜਿਹੜਾ ਪ੍ਰੋਮਿਸ ਸੀ, ਸਿੰਪਲ ਜੀ ਭਾਸ਼ਾ ਚ ਮੈਂ ਪੰਜਾਬੀ ਚ ਗੱਲ ਦੱਸਦਾ ਆ ਐਂਡ ਲਾਸਟ ਵਿੱਚ ਨਾ, ਆਪਣੇ ਘਰੇ ਕੋਈ ਰਿਸ਼ਤੇਦਾਰ ਆਉਂਦਾ ਹੈ, ਆਪਾਂ ਨੂੰ ਪਤਾ ਵੀ ਆਪਣੇ ਘਰੇ 5 ਹੀ ਵੱਧ ਆਉਂਦੇ ਨੇ, ਆਪਾਂ ਉਸ ਹਿਸਾਬ ਨਾਲ ਚੀਜ਼ ਨੂੰ, ਜੇ ਤੁਸੀਂ ਐਡੇ ਵਾਅਦੇ ਕੀਤੇ ਨੇ, ਐਡੇ ਵਾਅਦੇ ਕਰਕੇ ਤੁਸੀਂ ਪੰਜਾਬ ਦੇ ਵਿੱਚ ਲੈ ਕੇ ਆਏ ਹੋ, ਤਾਂ ਇਹਦਾ ਕੋਈ ਪ੍ਰੋਪਰ ਜਿਹੜਾ ਸੋਲੂਸ਼ਨ ਕੱਢੋ। ਇਹ ਕੋਈ ਸੋਲਿਡ ਰੀਜ਼ਨ ਨਹੀਂ ਹੈ ਕਿ ਗਰਮੀ ਵੱਧ ਗਈ ਜੀ 122 ਸਾਲ ਵਧੀ ਨਹੀਂ ਜਾਂ ਪਤਾ ਨਹੀਂ ਕਿੰਨੇ ਸਾਲ ਨਹੀਂ ਵਧੀ। ਇਟ ਇਜ਼ ਨਾਟ ਅ ਸੋਲਿਡ ਰੀਜ਼ਨ ਨਹੀਂ ਹੈ ਇਹ। ਤੁਸੀਂ ਇਹ ਦੇ ਕੇ ਪੰਜਾਬੀਆਂ ਨੂੰ ਇਹ ਨਹੀਂ ਕਹਿ ਸਕਦੇ ਕਿ ਹਾਂਜੀ ਗਰਮੀ ਵੱਧ ਗਈ ਇਸ ਕਰਕੇ ਅਸੀਂ ਬਿਜਲੀ ਨਹੀਂ ਦੇ ਸਕਦੇ। ਇਹ ਐਵੇਂ ਤੁਸੀਂ ਲੋਕਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ ਕਿ ਇਹਨਾਂ ਨੇ ਜਿਹੜੀ ਬਿਜਲੀ ਦੀ ਕਲਪਨਾ ਸੀ, ਇੱਕ ਖੋਖਲਾ ਵਾਅਦਾ ਕਰ ਬੈਠੇ ਲੋਕਾਂ ਦੇ ਨਾਲ। ਹੁਣ ਇਹ ਲੋਕਾਂ ਨੂੰ ਬਿਜਲੀ ਮੁਹੱਈਆ ਕਰਨ 8-8 ਘੰਟੇ ਲੋਕ ਪਰੇਸ਼ਾਨ ਨੇ। ਤੁਸੀਂ ਪਿੰਡਾਂ 'ਚ ਜਾ ਕੇ ਦੇਖੋ, ਪੁਰਾਣਾ ਪਿੰਡਾਂ ਦੇ ਲੋਕ ਬਾਹਰ ਮੰਜੇ ਢਾ ਕੇ ਪੱਖੀਆਂ ਝੱਲ ਕੇ ਗੁਜ਼ਾਰਾ ਕਰ ਰਹੇ ਨੇ। ਬੱਚਿਆਂ ਨੂੰ ਛੁੱਟੀਆਂ 15 ਤਰੀਕ ਤੋਂ ਗੁਰਪ੍ਰੀਤ ਜੀ 15 ਤੋਂ ਛੁੱਟੀਆਂ ਅਨਾਉਂਸ ਕਰਤੀਆਂ ਬੱਚਿਆਂ ਨੂੰ, ਉਹ ਆਨਲਾਈਨ ਪੜ੍ਹਾਈ ਕਰਨਗੇ। ਇਹਨਾਂ ਨੂੰ ਇਹ ਨਹੀਂ ਪਤਾ ਕਿ ਬੱਚਿਆਂ ਨੂੰ ਛੁੱਟੀਆਂ ਕਰਨ ਵਾਲਾ ਹੱਲ ਨਹੀਂ ਹੋਣਾ, ਮੋਬਾਈਲ ਤਾਂ ਘਰੇ ਵੀ ਚਾਹੀਦਾ ਆਨਲਾਈਨ ਪੜ੍ਹਾਈ ਕਰਨ ਦੇ ਲਈ, ਉਹ ਵੀ ਚਾਰਜ ਹੋਣਾ ਆ, ਵਾਈਫਾਈ ਵੀ ਚੱਲਣਾ ਹੈ। ਤਾਂ ਇਸ ਕਰਕੇ ਇਹਦਾ ਕੋਈ ਪੱਕਾ ਹੱਲ ਕੱਢੋ, ਤਾਂ ਕੋਈ ਦਾ ਬਲੂਪ੍ਰਿੰਟ ਬਣਾਓ, ਲੋਕਾਂ ਨੂੰ ਬੇਵਕੂਫ ਨਾ ਬਣਾਓ। ਜੀ ਸ਼ਸ਼ੀਵੀਰ ਸ਼ਰਮਾ ਜੀ ਲਾਸਟ ਰਿਐਕਸ਼ਨ। ਸਰ ਮੈਂ ਇੱਕੋ ਚੀਜ਼ ਕਹਿ ਰਿਹਾ ਗੁਰਪ੍ਰੀਤ ਜੀ, ਬੇਸਿਕਲੀ ਜਿਹੜੀ ਮੇਨ ਸ਼ਾਰਟੇਜ ਹੈ ਕਾਲ ਦੇ ਕਾਰਨ ਹੈ, ਉਹ ਚੀਜ਼ ਸਾਰਿਆਂ ਨੂੰ ਪਤਾ ਹੈ। ਜੱਗ ਜਾ ਰਹੀ ਕਾਲ ਦੀ ਸ਼ਾਰਟੇਜ ਆ ਚੁੱਕੀ ਹੈ, ਕਾਲ ਦੀ ਪੂਰਤੀ ਨਹੀਂ ਹੋ ਸਕੀ। 9 ਸਾਲਾਂ ਦੇ ਵਿੱਚ ਸਭ ਤੋਂ ਘੱਟ ਸਟਾਕ ਇਸ ਟਾਈਮ ਤੇ ਭਾਰਤ ਸਰਕਾਰ ਦੇ ਕੋਲ ਪਿਆ ਹੈ। ਹੁਣ ਇਹਦੇ ਵਿੱਚ ਮੈਂ ਤੁਹਾਨੂੰ ਕਹਿ ਰਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਆਪ ਦੀਆਂ ਜ਼ਿੰਮੇਵਾਰੀਆਂ ਤੋਂ ਕਿਤੇ ਨਹੀਂ ਭੱਜ ਰਹੀ। ਅਸੀਂ ਇਹਦਾ ਪੱਕਾ ਹੱਲ ਕੱਢਾਂਗੇ। ਇਹ ਚੀਜ਼ ਜਿਹੜੀ ਬਣਦੀ ਹੈ, ਜਿਹੜੇ ਵੀ ਇਹਦੇ ਆਪਾਂ ਨੂੰ ਇਹਦੇ ਮੇਜਰਮੈਂਟਸ ਲੈਣੇ ਪੈਣਗੇ, ਜਿਹੜੇ ਆਪਾਂ ਸਟੈਪਸ ਲੈਣੇ ਪੈਣਗੇ, ਅਸੀਂ ਬਿਲਕੁਲ ਕੰਪਲੀਟ ਕਰਾਂਗੇ। ਪ੍ਰਦੀਪ ਜੀ ਰਾਜਸਥਾਨ ਦੇਖ ਲਈਏ ਆਪਾਂ, ਤੁਸੀਂ ਰਾਜਸਥਾਨ ਦੇ ਵਿੱਚ ਦੇਖੋ ਬਹੁਤ ਬੁਰਾ ਹਾਲ ਹੈ। ਤੁਹਾਡੀ ਸਰਕਾਰ ਉੱਥੇ ਵੀ ਰਾਜਸਥਾਨ ਚਲੇ ਜਾਓ, ਪੰਜਾਬ ਤੁਸੀਂ ਐਗਰੀਮੈਂਟਸ ਦੀ ਰਾਜਸਥਾਨ ਜਾਓ, ਤੁਸੀਂ ਐਗਰੀਮੈਂਟਸ ਦੀ ਗੱਲ ਕੀਤੀ ਹੈ, ਐਗਰੀਮੈਂਟ ਦੀ ਤੁਹਾਡੇ ਤੁਸੀਂ ਰਾਜਸਥਾਨ ਦੇ ਕਿਉਂ ਆ ਰਹੇ ਹੋ? ਆਪਾਂ ਪੰਜਾਬ ਦੇ ਚੈਨਲ ਤੇ ਬੈਠੇ ਹਾਂ, ਪੰਜਾਬ ਦੀ ਬਿਜਲੀ ਮੰਤਰੀ ਦੇ ਅਹੁਦੇ ਤੋਂ ਬਹਿਣ ਤੋਂ ਮਨਾ ਕਰਤਾ, ਭੱਜ ਗਏ ਉੱਥੋਂ ਦੀ, ਨਾ ਤੁਸੀਂ ਬੈਠੇ ਨਾ ਕੋਈ ਹੱਲ ਕੱਢਿਆ। ਗੱਲਾਂ ਕਰਕੇ ਤੁਸੀਂ ਕੋਈ ਕੰਮ ਨਹੀਂ ਹੋਣਾ। 5 ਸਾਲ ਤੋਂ ਉਹੀ ਸੱਤਾ ਦੇ ਵਿੱਚ ਰਹੇ, ਤੁਹਾਡੇ ਕੋਲ ਉਦੋਂ ਕੁਝ ਨਹੀਂ ਕੀਤਾ ਗਿਆ। ਪਰ ਮੈਂ ਤੁਹਾਨੂੰ ਕਿਹਾ ਪੰਜਾਬ ਸਰਕਾਰ ਆਪਾਂ ਹਿਮਾਚਲ ਤੋਂ ਕਾਲ ਕਰਦੇ ਆ, ਕਾਲ ਕਰਕੇ ਪੁੱਛ ਲਓ ਇਹ ਜੁੱਟਾ ਫਰੀ ਕਰਤੀਆਂ ਪੰਜਾਬ ਦੇ ਵਿੱਚ ਕਰਪਸ਼ਨ ਕਦੋਂ ਕਰ ਗਈ। ਨਹੀਂ ਠੀਕ ਹੈ ਲਾਸਟ ਰਿਐਕਸ਼ਨ ਲੈ ਲਈਏ ਪ੍ਰਦੀਪ ਜੀ, ਲਾਸਟ ਰਿਐਕਸ਼ਨ ਲੈ ਲਈਏ ਜੀ ਬਸ ਜੀ ਸ਼ਸ਼ੀ ਜੀ ਸਰ ਮੈਂ ਕਹਿੰਦਾ ਕਿ ਪੱਕਾ ਹੱਲ ਕੱਢਿਆ ਜਾਏਗਾ। ਪੱਕਾ ਹੱਲ ਕੱਢਣਾ ਇਹਦੀ ਜ਼ਰੂਰਤ ਆ ਜੇ ਟਾਈਮ ਤੇ, ਕਿਉਂਕਿ ਪੰਜਾਬ ਦੇ ਵਿੱਚ ਅਸੀਂ ਫਰਦਰ ਅੱਗੇ ਚੱਲਣਾ, ਸਾਨੂੰ ਇਸ ਨੂੰ ਬਿਹਤਰ ਕਰਨਾ। ਇਹਦੇ ਵਿੱਚ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਰਹੇ। ਸਾਡੇ ਬਿਜਲੀ ਮੰਤਰੀ ਕੱਲ ਵੀ ਥਰਮਲ ਪਲਾਂਟ ਦੇ ਦੌਰੇ ਤੇ ਸੀਗੇ, ਅੱਜ ਵੀ ਦੌਰੇ ਤੇ ਸੀਗੇ। ਅਸੀਂ ਜੋ ਵੀ ਬਣ ਰਿਹਾ ਇਸ ਸਿਚੁਏਸ਼ਨ ਨੂੰ ਮੋਨੀਟਰ ਕਰ ਰਹੇ ਹਾਂ, ਜੋ ਵੀ ਸਾਨੂੰ ਇਹਦੇ ਵਾਸਤੇ ਕਰਨੇ ਪੈ ਰਹੇ, ਜਿਹੜੇ ਜ਼ਰੂਰੀ ਸਟੈਪਸ ਨੇ ਆਪਾਂ ਉਹ ਲੈ ਰਹੇ ਹਾਂ ਜੀ। ਠੀਕ ਹੈ, ਬਹੁਤ ਧੰਨਵਾਦ। ਸੋ ਤੁਸੀਂ ਦੇਖ ਰਹੇ ਸੀ ਕਿ ਸਾਰੀ ਪਾਰਟੀਆਂ ਦੇ ਬੁਲਾਰਿਆਂ ਨੇ ਆਪੋ ਆਪਣੇ ਪੱਖ ਰੱਖੇ। ਹਾਲਾਂਕਿ ਪੰਜਾਬ ਦੇ ਵਿੱਚ ਬਿਜਲੀ ਸੰਕਟ ਇੰਨਾ ਕਿ ਲਗਭਗ ਆਉਣ ਵਾਲੇ ਦਿਨਾਂ ਦੇ ਵਿੱਚ ਵਧਣ ਵਾਲਾ ਹੈ ਕਿ ਜਿਹੜਾ ਛੋਟਾ ਵਪਾਰੀ ਹੈ ਤੇ ਵਪਾਰੀ ਹੈ ਅਤੇ ਕਿਸਾਨ ਹੈ, ਤਿੰਨੇ ਵਰਗ ਹੀ ਇੱਕ ਦੂਸਰੇ ਦੇ ਨਾਲ ਇੰਟਰ ਅਟੈਚ ਨੇ ਤੇ ਤਿੰਨਾਂ ਵਰਗਾਂ ਨੂੰ ਨੁਕਸਾਨ ਬਹੁਤ ਵੱਡੇ ਲੈਵਲ ਤੇ ਪਹੁੰਚ ਰਿਹਾ ਹੈ। ਸੋ ਇਹ ਹੈ ਕਿ ਸਰਕਾਰਾਂ ਇਸ ਦੇ ਵਿੱਚ ਕੀ ਸਟੈਪਸ ਚੁੱਕਦੀਆਂ ਨੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਸੋ ਇਹ ਦਿਨ ਭਰ ਦੀਆਂ ਖਾਸ ਖਬਰਾਂ ਅਤੇ ਅਜਿਹੀਆਂ ਜਾਣਕਾਰੀਆਂ ਲਈ ਜੁੜੇ ਰਹੋ।
ਪੰਜਾਬ ਟੁਡੇ ਦੇ ਨਾਲ।